ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ। ਆਪਾਂ ਸਾਰੇ ਜੀ ਬਹੁਤ ਵੱਡਿਆਂ ਭਾਗਾਂ ਵਾਲੇ ਹਾਂ ਜੋ ਗੁਰੂ ਕੇ ਹਜ਼ੂਰ ਬੈਠ ਕੇ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰ ਰਹੇ ਹਾਂ। ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦਾ ਫਰਮਾਨ ਹੈ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਇ ਕੈ ਕਿਆ ਤੁਧ ਕਰਮ ਕਮਾਇਆ। ਸਰੀਰ ਦਾ ਮਨੋਰਥ ਇਹ ਹੈ ਕਿ ਇਸ ਸੰਸਾਰ ਦੇ ਵਿੱਚ ਆ ਕੇ ਅਕਾਲ ਪੁਰਖ ਪਰਮਾਤਮਾ ਜੀ ਨੂੰ ਆਪਣੇ ਚੇਤੇ ਦੇ ਵਿੱਚ ਧਿਆਨ ਦੇ ਵਿੱਚ ਰੱਖਣਾ। ਬਾਰ-ਬਾਰ ਸਤਿਗੁਰੂ ਜੀ ਸਾਨੂੰ ਇਸ ਦੇਹੀ ਦਾ ਮਨੋਰਥ ਜਿਹੜਾ ਸਮਝਾਉਂਦੇ ਨੇ। ਕਿਧਰੇ ਸਤਿਗੁਰੂ ਜੀ ਕਹਿ ਦਿੰਦੇ ਨੇ ਕਿ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਸਤਿਗੁਰੂ ਜੀ ਸਾਨੂੰ ਕਈ ਵਾਰੀ ਇਸ ਤਰ੍ਹਾਂ ਵੀ ਸਮਝਾਉਂਦੇ ਨੇ ਕਿ ਇਹ ਜਿਹੜਾ ਸਰੀਰ ਤੈਨੂੰ ਮਿਲਿਆ ਹੈ ਨਾ, ਇਹ ਅਕਾਲ ਪੁਰਖ ਪਰਮਾਤਮਾ ਜੀ ਦੀ ਇਬਾਦਤ ਕਰਨ ਵਾਸਤੇ ਪ੍ਰਾਪਤ ਹੋਇਆ ਹੈ। ਸੋ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੈ ਕਿਆ ਤੁਧ ਕਰਮ ਕਮਾਇਆ। ਕਿ ਕਰਮ ਕਮਾਇਆ ਤੁਧ ਸਰੀਰਾ, ਕਹਿੰਦੇ ਨੇ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਜਿਸ ਅਕਾਲ ਪੁਰਖ ਪਰਮਾਤਮਾ ਜੀ ਨੇ ਤੇਰਾ ਸੁੰਦਰ ਸਰੀਰ ਰਚਿਆ ਹੈ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਉਹ ਅਕਾਲ ਪੁਰਖ ਪਰਮਾਤਮਾ ਮਨ ਦੇ ਵਿੱਚ ਨਹੀਂ ਵਸਾਇਆ, ਉਸ ਵਾਹਿਗੁਰੂ ਨੂੰ ਹਿਰਦੇ ਦੇ ਵਿੱਚ ਨਹੀਂ ਟਿਕਾਇਆ। ਤੇ ਮਨੁੱਖੀ ਸੋਚ ਦਾ ਇੱਕ ਬਹਾਨਾ ਹੈ। ਜਦੋਂ ਉਸ ਨੂੰ ਪੁੱਛਿਆ ਜਾਵੇ ਕਿ ਇਸ ਸਰੀਰ ਨੇ ਕੀ ਸੰਸਾਰ ਦੇ ਵਿੱਚ ਪਰਮਾਤਮਾ ਜੀ ਦੇ ਨਾਮ ਨੂੰ ਜਪਣ ਦਾ ਯਤਨ ਕੀਤਾ ਹੈ, ਕਦੀ ਸੋਚਿਆ ਹੈ ਕਿ ਵਾਹਿਗੁਰੂ ਨੂੰ ਧਿਆਨ ਦੇ ਵਿੱਚ ਟਿਕਾ ਕੇ ਰੱਖ ਲਈਏ। ਉਹ ਇੱਕ ਹੀ ਗੱਲ ਕਹਿੰਦਾ ਹੈ ਕਿ ਸਮਾਂ ਨਹੀਂ ਹੈ, ਕਾਰਜ ਵਿਹਾਰ ਹੀ ਇੰਨੇ ਜ਼ਿਆਦੇ ਹਨ ਕਿ ਜਿਹਦੇ ਕਰਕੇ ਸਮਾਂ ਨਹੀਂ ਨਿਕਲ ਪਾਉਂਦਾ। ਮਹਾਰਾਜ ਨੇ ਤਾਂ ਵੀ ਉਸ ਨੂੰ ਹੌਸਲਾ ਦਿੱਤਾ ਕਿ ਇਹ ਤੇਰੀ ਬਹਾਨੇਬਾਜ਼ੀ ਹੈ, ਇਹ ਤਾਂ ਸਿਰਫ ਤੇਰੇ ਟਾਲ ਮਟੋਲ ਨੇ ਜਿਹੜੇ ਤੂੰ ਕਰ ਰਿਹਾ ਹੈ। ਕਿਉਂਕਿ ਗੁਰਬਾਣੀ ਨੇ ਕਿਹਾ ਹੈ, ਕਾਹੇ ਰੇ ਮਨ ਚਿੱਤ ਵਹਿ ਉਦਮ। ਹੇ ਮੇਰੇ ਮਨ, ਕਿਸ ਵਾਸਤੇ ਇਵੇਂ ਮਨ ਦੇ ਵਿੱਚ ਉਦਮ ਜਿਹੜਾ ਹੈ, ਇੱਕ ਹੁੰਦਾ ਹੈ ਉਦਮ ਕਰਨਾ, ਮਿਹਨਤ ਕਰਨੀ, ਉਹ ਸਾਰੇ ਸਰੀਰ ਕਰਦੇ ਨੇ। ਔਰ ਇੱਕ ਹੁੰਦਾ ਹੈ ਕਿ ਮਿਹਨਤ ਕਰਕੇ ਤੇ ਹੋਰ ਦੀਆਂ ਅੱਗੇ ਲਾਲਚ ਵੱਧ ਜਾਣਾ। ਕਹਿੰਦੇ ਨੇ ਕਾਹੇ ਰੇ ਮਨ ਚਿੱਤ ਵਹਿ ਉਦਮ ਜਾਂ ਆਹਰ ਹਰ ਜੀਉ ਪਰਿਆ। ਜਦੋਂ ਅਕਾਲ ਪੁਰਖ ਪਰਮਾਤਮਾ ਜੀ ਨੇ ਤੇਰੇ ਆਹਰ, ਤੇਰੇ ਆਉਣ ਤੋਂ ਪਹਿਲਾਂ ਇਹ ਸਾਰੀਆਂ ਵਸਤੂਆਂ ਭੋਜਨ ਤੇਰੇ ਲਈ ਤਿਆਰ ਕੀਤਾ ਸੀ, ਪਹਿਲਾਂ ਸੰਸਾਰ ਦੇ ਵਿੱਚ ਤੇਰੇ ਲਈ ਰਿਜ਼ਕ ਪੈਦਾ ਕੀਤਾ। ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜ਼ਕ ਆਗੇ ਕਰ ਧਰਿਆ। ਕਹਿੰਦੇ ਵੇਖ, ਸਿੱਲ ਦੇ ਵਿੱਚ ਜਿਹੜੀ ਬਹੁਤ ਭਾਰੀ ਹੈ, ਬਹੁਤ ਵੱਡਾ ਪੱਥਰ ਹੈ, ਭਾਵ ਕਿ ਜਿਸ ਨੂੰ ਕੋਈ ਦਰਵਾਜ਼ਾ ਰਸਤਾ ਨਹੀਂ ਹੈ। ਸੈਲ ਪੱਥਰ ਮੈਂ ਜੰਤ ਉਪਾਏ, ਉਸ ਪੱਥਰ ਦੇ ਵਿੱਚ ਜੀਵ ਜੰਤੂ ਜਿਹੜਾ ਹੈ, ਉਸ ਜੰਤੂ ਨੂੰ, ਉਸ ਜੀਵ ਨੂੰ ਅਕਾਲ ਪੁਰਖ ਪਰਮਾਤਮਾ ਰਿਜ਼ਕ ਦਿੰਦਾ ਹੈ। ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜ਼ਕ ਆਗੇ ਕਰ ਧਰਿਆ। ਉਸ ਤੋਂ ਬਾਅਦ ਫਿਰ ਅਖੀਰਲੀਆਂ ਪੰਕਤੀਆਂ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ। ਕਹਿੰਦੇ ਊਡੇ ਊਡ ਆਵੇ ਸਹਿ ਕੋਸਾਂ ਤਿਸ ਪਾਛੇ ਬਚਰੇ
ਸ਼ਰਿਆ ਕਹਿੰਦੇ ਕੋਹਾਂ ਕੋਹਾਂ ਦੂਰ ਉੱਡ ਕੇ ਉਹ ਚੀਲ ਇੱਲ ਜਿਹੜੀ ਉਹ ਜਾਂਦੀ ਹੈ, ਉਹਦੇ ਜਿਹੜੇ ਬੱਚੇ ਨੇ ਉਹ ਪਿੱਛੇ ਆਲਣੇ ਦੇ ਵਿੱਚ ਹਨ। ਸੋ ਕਹਿੰਦੇ ਉਸ ਆਲਣੇ ਦੇ ਵਿੱਚ ਤਿੰਨ ਕਵਣ ਖਿਲਾਵੇ ਕਵਣ ਚੁਗਾਵੇ, ਉਹਨਾਂ ਨੂੰ ਉਸ ਆਲਣੇ ਦੇ ਵਿੱਚ ਕੌਣ ਖਾਣਾ ਦੇ ਰਿਹਾ ਹੈ, ਕੌਣ ਭੋਜਨ ਦੇ ਰਿਹਾ ਹੈ ਤੇ ਕੌਣ ਉਹਨੂੰ ਚੋਗਾ ਚਗਾ ਰਿਹਾ ਹੈ। ਸਤਿਗੁਰੂ ਜੀ ਕਹਿੰਦੇ ਮਨ ਮੈਂ ਸਿਮਰਨ ਕਰਿਆ। ਉਸ ਚੀਲ ਨੇ ਕੀ ਕੀਤਾ ਕਿ ਜਦੋਂ ਦਾਣਾ ਚੁਗਣ ਲੱਗੀ, ਭੋਜਨ ਖਾਣ ਲੱਗੀ, ਤੇ ਕਹਿੰਦੇ ਨੇ ਉਸ ਦਾਣੇ ਨੂੰ ਚੁਗਦਿਆਂ ਹੋਇਆਂ, ਭੋਜਨ ਚੁਗਦਿਆਂ ਹੋਇਆਂ ਮਨ ਦੇ ਵਿੱਚ ਆਪਣੇ ਬੱਚਿਆਂ ਦਾ ਧਿਆਨ ਧਰਦੀ ਹੈ, ਤੇ ਉਸ ਬੱਚਿਆਂ ਦਾ ਧਿਆਨ ਧਰਨ ਕਾਰਨ ਕਹਿੰਦੇ ਨੇ ਉਸ ਖੁਰਾਕ ਦਾ ਜਿਹੜਾ ਅਸਰ ਹੈ ਉਹਨਾਂ ਬੱਚਿਆਂ ਤੱਕ ਪਹੁੰਚ ਜਾਂਦਾ ਹੈ। ਚੁਗਦੀ ਮਾਂ ਹੈ ਪਰ ਉਸ ਮਾਂ ਦੀ ਸੁਰਤ ਜਿਹੜੀ ਹੈ ਉਹਨਾਂ ਬੱਚਿਆਂ ਦੇ ਵਿੱਚ ਹੈ, ਤੇ ਉਸ ਸੁਰਤ ਦੇ ਰਾਹੀਂ ਉਹਨਾਂ ਬੱਚਿਆਂ ਨੂੰ ਜਿਹੜਾ ਹੈ ਭੋਜਨ ਮਿਲਦਾ ਹੈ। ਮਨ ਮਹਿ ਸਿਮਰਨ ਕਰਿਆ, ਕਿਉਂਕਿ ਉਸ ਚੀਲ ਨੇ ਸਿਮਰਨ ਕੀਤਾ, ਭਾਵ ਕਿ ਬੱਚਿਆਂ ਦਾ ਧਿਆਨ ਕੀਤਾ। ਸੰਸਾਰ ਦੇ ਵਿੱਚ ਦੋ ਤਰ੍ਹਾਂ ਦੇ ਜੀਵ ਹਨ, ਇੱਕ ਨਾ ਨੂੰ ਖੰਭ ਹੁੰਦੇ ਨੇ, ਜਿਨ੍ਹਾਂ ਦੇ ਖੰਭ ਹੁੰਦੇ ਨੇ ਉਹਨਾਂ ਨੂੰ ਦੁੱਧ ਨਹੀਂ ਹੁੰਦਾ, ਤੇ ਜਿਨ੍ਹਾਂ ਦੇ ਸਰੀਰ ਅੰਦਰ ਸਤਿਗੁਰੂ ਜੀ ਦੀ ਕਿਰਪਾ ਦੁਆਰਾ, ਅਕਾਲ ਪੁਰਖ ਪਰਮਾਤਮਾ ਜੀ ਦੀ ਕਿਰਪਾ ਦੁਆਰਾ ਦੁੱਧ ਹੈ, ਉਹਨਾਂ ਨੂੰ ਖੰਭ ਨਹੀਂ ਹੁੰਦੇ। ਮਨੁੱਖਾ ਸਰੀਰ ਵੀ ਉਸੇ ਵਿੱਚ ਹੀ ਆਉਂਦਾ ਹੈ। ਕਹਿੰਦੇ ਉਹਨਾਂ ਨੂੰ ਖੰਭ ਨਹੀਂ ਹੁੰਦੇ, ਤੇ ਜਿਨ੍ਹਾਂ ਨੂੰ ਖੰਭ ਹੁੰਦੇ ਉਹਨਾਂ ਨੂੰ ਦੁੱਧ ਨਹੀਂ ਹੈ। ਸੋ ਕਹਿੰਦੇ ਜਿਨ੍ਹਾਂ ਨੂੰ ਖੰਭ ਵੀ ਨਾ ਹੋਣ ਅਤੇ ਦੁੱਧ ਵੀ ਨਾ ਹੋਵੇ, ਉਹ ਵੀ ਬੱਚੇ ਪਲ ਜਾਂਦੇ ਨੇ। ਇੰਨੀ ਅਕਾਲ ਪੁਰਖ ਪਰਮਾਤਮਾ ਜੀ ਦੀ ਕਿਰਪਾ ਹੈ। ਇੱਦਾਂ ਅਕਾਲ ਪੁਰਖ ਪਰਮਾਤਮਾ ਜੀ ਨੇ ਸੰਸਾਰ ਦੇ ਜੀਵਾਂ ਦਾ ਧਿਆਨ ਰੱਖਿਆ ਹੈ। ਸੋ ਕਹਿੰਦੇ ਵੀ ਜਿਹਨੂੰ ਖੰਭ ਵੀ ਨਹੀਂ ਹੈ ਕਿ ਦੂਰ ਦੁਰਾਡੇ ਚੁੱਕ ਕੇ, ਦੂਰ ਦੁਰਾਡਿਓਂ ਉੱਡ ਕੇ ਲਿਆ ਕੇ ਆਪਣੇ ਬੱਚਿਆਂ ਨੂੰ ਖਵਾ ਸਕੇ, ਔਰ ਦੁੱਧ ਵੀ ਨਹੀਂ ਹੈ, ਉਹ ਹੈ ਕੱਛੂ ਕੁੰਮਾ। ਕਹਿੰਦੇ ਨੇ ਕੱਛੂ ਕੁੰਮੇ ਦੇ ਨਾ ਤਾਂ ਖੰਭ ਨੇ, ਨਾ ਉਹ ਉੱਡ ਸਕਦਾ ਹੈ, ਤੇ ਨਾ ਉਹਨੂੰ ਦੁੱਧ ਹੈ, ਨਾ ਉਹਦੇ ਅੰਦਰ ਦੁੱਧ ਹੈ ਸਰੀਰ ਦੇ ਅੰਦਰ। ਪਰ ਕਹਿੰਦੇ ਉਸ ਦੇ ਬੱਚੇ ਫਿਰ ਵੀ ਵੇਖੋ ਕਿਵੇਂ ਪਲ ਜਾਂਦੇ ਨੇ। ਜਦੋਂ ਉਹ ਕੱਛੂ ਕੁੰਮੀ ਜਾਂ ਆਂਡੇ ਦਿੰਦੀ ਹੈ, ਤੇ ਉਹ ਰੇਤਲੇ ਸਥਲ ਦੇ ਵਿੱਚ ਜਾ ਕੇ ਉੱਥੇ ਉਹ ਆਂਡੇ ਦਿੰਦੀ, ਤੇ ਕਹਿੰਦੇ ਉਸ ਆਂਡਿਆਂ ਦੇ ਵਿੱਚ ਲੈ ਜਿਹੜੇ ਬੱਚੇ ਨੇ ਉਹ ਫਿਰ ਆਪਣੇ ਆਪ ਕਹਿੰਦੇ ਜਦੋਂ ਨਿਕਲਦੇ ਨੇ ਦਰਿਆ ਵੱਲ ਨੂੰ ਭੱਜਦੇ ਨੇ। ਕੋਈ ਉਹਨਾਂ ਨੂੰ ਸਿਖਾਉਣ ਵਾਲਾ ਨਹੀਂ ਹੈ, ਕੋਈ ਉਹਨਾਂ ਨੂੰ ਚੋਗਾ ਚਗਾਉਣ ਵਾਲਾ ਨਹੀਂ ਹੈ, ਕੋਈ ਦੁੱਧ ਦੇਣ ਵਾਲਾ ਨਹੀਂ ਹੈ। ਤੇ ਗੁਰਬਾਣੀ ਦਾ ਫਰਮਾਨ ਕਹਿੰਦੇ ਕੁੰਮੀ ਜਲ ਮੈਂ ਤਨ ਤਿਸ ਬਾਹਰ, ਪੰਖ ਖੀਰ ਤਿਸ ਨਾਹੇ। ਕੁੰਮੀ ਜਿਹੜੀ ਉਹ ਪਾਣੀ ਵਿੱਚ ਰਹਿੰਦੀ ਹੈ, ਤੇ ਉਹਦੇ ਜਿਹੜੇ ਅੰਡੇ ਨੇ ਉਹ ਰੇਤਲੇ ਸਥਲ ਦੇ ਵਿੱਚ ਨੇ, ਰੇਤਲੇ ਥਾਂ ਦੇ ਵਿੱਚ ਨੇ। ਤੇ ਪੰਖ ਖੀਰ, ਪੰਖ ਦਾ ਅਰਥ ਹੈ ਖੰਭ, ਤੇ ਖੀਰ ਦਾ ਅਰਥ ਹੈ ਦੁੱਧ, ਉਹਨੂੰ ਨਹੀਂ ਹੈਗਾ। ਤਦੋਂ ਵੀ ਕਹਿੰਦੇ ਉਸ ਦੇ ਬੱਚੇ ਪਲ ਜਾਂਦੇ ਨੇ। ਤੇ ਸਤਿਗੁਰੂ ਹੁਣ ਮਨੁੱਖ ਦੀ ਗੱਲ ਕਰਦੇ ਨੇ ਕਿ ਮਨੁੱਖ ਤੇਰੇ ਕੋਲ ਤਾਂ ਸਭ ਕੁਝ ਹੈ, ਤੈਨੂੰ ਵਾਹਿਗੁਰੂ ਦੀ ਅਪਾਰ ਕਿਰਪਾ ਦੇ ਨਾਲ ਸਭ ਕੁਝ ਪ੍ਰਮਾਤਮਾ ਨੇ ਤੈਨੂੰ ਦਿੱਤਾ ਹੋਇਆ ਹੈ। ਇਹਨਾਂ ਕੰਨਾਂ ਦੇ ਨਾਲ ਕਦੀ ਅਕਾਲ ਪੁਰਖ ਪਰਮਾਤਮਾ ਜੀ ਦੀ ਬਾਣੀ ਨੂੰ ਸੁਣਿਆ ਨਹੀਂ ਹੈ, ਇਹਨਾਂ ਹੱਥਾਂ ਦੇ ਨਾਲ ਕਦੀ ਸੇਵਾ ਨਹੀਂ ਕੀਤੀ, ਔਰ ਇਹਨਾਂ ਨੇਤਰਾਂ ਦੇ ਨਾਲ ਕਦੀ ਵੀ ਅਕਾਲ ਪੁਰਖ ਪਰਮਾਤਮਾ ਜੀ ਦੇ ਵਿੱਚ ਧਿਆਨ ਨਹੀਂ ਲਾਇਆ, ਕਦੀ ਵੀ ਪਰਮਾਤਮਾ ਨੂੰ ਧਿਆਨ ਦੇ ਵਿੱਚ ਨਹੀਂ ਰੱਖਿਆ। ਸਗੋਂ ਕਿ ਰਿਜ਼ਕ ਤੈਨੂੰ ਦੇ ਪਰਮਾਤਮਾ ਹੀ ਦੇ ਰਿਹਾ ਹੈ, ਅਕਾਲ ਪੁਰਖ ਪਰਮਾਤਮਾ ਦਿੰਦਾ ਹੈ ਰਿਜ਼ਕ। ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤੀ ਹੋਈ ਬਾਣੀ ਜੋ ਸੁਖਮਨੀ ਸਾਹਿਬ ਜੀ ਦੀ ਆਪਾਂ ਲੜੀਵਾਰ ਵਿਚਾਰ ਪਿਛਲੇ ਸਮੇਂ ਤੋਂ ਕਰਦੇ ਆ ਰਹੇ ਹਾਂ। ਅੱਜ ਦੀ ਜੋ ਅਸ਼ਟਪਦੀ ਹੈ, ਪੰਜਵੀਂ ਅਸ਼ਟਪਦੀ ਦਾ ਇਹ ਪੰਜਵਾਂ ਪਦਾ ਹੈ,
ਜਿਹਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਮਿਥਿਆ ਸ਼ਰਨ ਪਰਨਿੰਦਾ ਸੁਣੇ। ਕਹਿੰਦੇ ਨੇ ਇਹ ਸਰਵਣ ਜਿਹੜੇ ਨੇ ਇਹ ਕੰਨ ਉਦੋਂ ਬੇਕਾਰ ਹੋ ਜਾਂਦੇ ਨੇ ਜਦੋਂ ਇਹ ਪਰਾਈ ਨਿੰਦਿਆ ਸੁਣਦੇ ਨੇ। ਕਿਉਂਕਿ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਆਨੰਦ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ ਨੇ, ਇਹ ਸਰਵਣੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ। ਤੇ ਕਹਿੰਦੇ ਜਿਤ ਸੁਣੀ ਮਨ ਤਨ ਹਰਿਆ ਹੋਵਾ। ਜਿਸ ਬਾਣੀ ਨੂੰ ਸੁਣਨ ਦੇ ਨਾਲ ਮਨ ਤੇ ਤਨ ਹਰਿਆ ਹੋ ਜਾਂਦਾ ਹੈ। ਮਨ ਤੇ ਤਨ ਹਰਿਆ ਕਿਵੇਂ ਹੁੰਦਾ ਹੈ? ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਅਕਾਲ ਪੁਰਖ ਪਰਮਾਤਮਾ ਜੀ ਦਾ ਸਿਮਰਨ ਕੋਈ ਮਨੁੱਖ ਕਰ ਲੈਂਦਾ ਉਹਦੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਨੇ, ਉਹਦੇ ਅੰਦਰ ਦੇ ਤੋਖਲੇ ਦੂਰ ਹੋ ਜਾਂਦੇ ਨੇ। ਔਰ ਉਸੇ ਸ਼ਬਦ ਦੇ ਵਿੱਚ ਸਾਨੂੰ ਸਮਝਾਉਂਦੇ ਨੇ, ਕਾਹੇ ਦੇ ਮਨ ਚਿਤਵਹਿ ਉਦਮ ਜਾਂ ਆਹਰ ਹਰ ਜਿਉ ਪਰਿਆ। ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜ਼ਕ ਆਗੇ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ। ਕਾਸ਼ਟ ਦਾ ਅਰਥ ਹੁੰਦਾ ਹੈ ਲੱਕੜੀ। ਕਹਿੰਦੇ ਨੇ ਜਿਹੜੀ ਸੁੱਕੀ ਲੱਕੜੀ ਹੈ ਉਹਦੇ ਉੱਪਰ ਕਈ ਵਾਰ ਬਰਸਾਤ ਹੋ ਜਾਵੇ ਤੇ ਕਈ ਵਾਰੀ ਉਹ ਹਰੀ ਹੋ ਜਾਂਦੀ ਹੈ, ਉਹਦੇ ਮੁੱਢ ਦੇ ਵਿੱਚੋਂ ਕੁਝ ਹੋਰ ਪੱਤੇ ਨਿਕਲ ਆਉਂਦੇ ਨੇ। ਇਸ ਤਰੀਕੇ ਦੇ ਨਾਲ ਇਹ ਜਿਹੜਾ ਸਰੀਰ ਹੈ, ਇਹ ਜਿਹੜਾ ਮਨ ਹੈ, ਇਹ ਚਿੰਤਾਵਾਂ ਦੇ ਵਿੱਚ, ਬਹੁਤੀਆਂ ਚਿੰਤਾ ਦੇ ਵਿੱਚ ਫਸ ਕੇ ਸੁੱਕ ਚੁੱਕਾ ਹੈ। ਤੇ ਜਿਹਨੂੰ ਸਤ ਸੰਗਤ ਮਿਲ ਜਾਂਦੀ ਹੈ, ਸਾਧ ਸੰਗਤ ਦੇ ਵਿੱਚ ਆਣ ਕੇ ਉਹ ਪ੍ਰਮਾਤਮਾ ਜੀ ਦੀ ਬਾਣੀ ਨੂੰ ਸੁਣ ਲੈਂਦਾ ਹੈ ਨਾ, ਜਦੋਂ ਫਿਰ ਉਹ ਸੁੱਕਾ ਸਰੀਰ ਵੀ ਹਰਿਆ ਹੋ ਜਾਂਦਾ ਹੈ। ਭਾਵ ਕਿ ਉਹਨੂੰ ਸਮਝ ਆ ਜਾਂਦੀ ਕਿ ਚਿੰਤਾ ਨਹੀਂ ਕਰਨੀ, ਅਕਾਲ ਪੁਰਖ ਪਰਮਾਤਮਾ ਜੀ ਨੇ ਰਿਜ਼ਕ ਦਿੱਤਾ ਹੈ। ਜਿਸ ਸੰਸਾਰ ਦੇ ਵਿੱਚ ਪਰਮਾਤਮਾ ਨੇ ਸਾਨੂੰ ਭੇਜਿਆ ਹੈ, ਉਸ ਸੰਸਾਰ ਦੇ ਵਿੱਚ ਇਸ ਸਰੀਰ ਦੀ ਖੁਰਾਕ ਵੀ ਵਾਹਿਗੁਰੂ ਨੇ ਸਾਨੂੰ ਦਿੱਤੀ ਹੈ। ਮਹਾਰਾਜ ਕਹਿੰਦੇ ਨੇ ਮਿਥਿਆ ਸਵਰਨ ਪਰ ਨਿੰਦਾ ਸੁਣੇ। ਪਰਾਈ ਨਿੰਦਿਆ ਸੁਣਦੇ ਨੇ, ਪਰਾਈ ਨਿੰਦਿਆ ਸੁਣਦੇ ਨੇ। ਬੰਦੇ ਕੋਲ ਬਾਣੀ ਪੜ੍ਹਨ ਸੁਣਨ ਲਈ ਬਿਲਕੁਲ ਟਾਈਮ ਨਹੀਂ ਹੈ, ਪਰ ਜਦੋਂ ਕਿਤੇ ਪਰਾਈ ਨਿੰਦਿਆ ਹੋ ਰਹੀ ਹੋਵੇ, ਕਿਸੇ ਦੇ ਔਗਣਾਂ ਨੂੰ ਫਰੋਲਿਆ ਜਾਣ ਰਿਹਾ ਹੋਵੇ, ਉਦੋਂ ਇਸ ਇਨਸਾਨ ਦੇ ਕੋਲ 5 ਮਿੰਟ ਨਹੀਂ, ਘੱਟੋ ਘੱਟ ਨਹੀਂ ਤਾਂ ਅੱਧਾ ਘੰਟਾ ਜਾਂ 15-20 ਮਿੰਟ ਤੇ ਇਹਦੇ ਕੋਲ ਪੱਕੇ ਹੁੰਦੇ ਨੇ। ਔਰ ਬਾਣੀ ਸੁਣਨ ਵਾਸਤੇ ਇਹਦੇ ਕੋਲ ਬਿਲਕੁਲ ਸਮਾਂ ਨਹੀਂ ਹੈਗਾ। ਇਸ ਨੂੰ ਨਿੰਦਿਆ ਆਖਿਆ ਜਾਂਦਾ ਹੈ ਕਿ ਪਰਾਏ ਔਗਣ ਤੱਕਣੇ, ਪਰਾਏ ਔਗਣ ਸੁਣਨੇ। ਮਿਥਿਆ ਸਵਰਨ ਪਰ ਨਿੰਦਾ ਸੁਣੇ। ਬਾਣੀ ਨੂੰ ਛੱਡ ਦਿੱਤਾ, ਸਗੋਂ ਦੂਜੇ ਦੀ ਨਿੰਦਿਆ ਸੁਣਨ ਲੱਗ ਪਿਆ। ਸਤਿਗੁਰੂ ਜੀ ਕਹਿੰਦੇ ਨੇ ਮਿਥਿਆ ਹਸਤ ਪਰ ਦਰਬ ਕੋਹਿਰੇ। ਇਹ ਹੱਥ ਜਿਹੜੇ ਨੇ ਉਦੋਂ ਬੇਕਾਰੀ ਹੋ ਜਾਂਦੇ ਨੇ, ਵਿਅਰਥ ਹੋ ਜਾਂਦੇ ਨੇ ਕਿ ਜਦੋਂ ਅਕਾਲ ਪੁਰਖ ਪਰਮਾਤਮਾ ਜੀ ਦੀ ਸੇਵਾ ਛੱਡ ਕੇ ਇਹ ਪਰਾਏ ਦਰਬ ਨੂੰ ਹਿਰਦੇ ਨੇ, ਚਰਾਉਂਦੇ ਨੇ। ਮਿਥਿਆ ਹਸਤ ਪਰ ਦਰਬ ਕੋਹਿਰੇ। ਹੁਣ ਦਰਬ ਜਿਹੜਾ ਉਹ ਕਿਵੇਂ ਚੋਰੀ ਕੀਤਾ ਜਾਂਦਾ ਹੈ? ਇਹ ਜ਼ਰੂਰੀ ਨਹੀਂ ਹੈ ਕਿ ਬੰਦਾ ਪੈਸਾ ਚੋਰੀ ਕਰੇਗਾ ਤਾਂ ਚੋਰੀ ਹੁੰਦੀ ਹੈ। ਅਸਲ ਦੇ ਵਿੱਚ ਕਿਸੇ ਦਾ ਹੱਕ ਖਾਣਾ ਇਹ ਵੀ ਇੱਕ ਚੋਰੀ ਹੈ। ਕਿਸੇ ਦਾ ਸਮਾਂ ਖਾਣਾ ਇਹ ਵੀ ਇੱਕ ਚੋਰੀ ਹੈ। ਕਿਸੇ ਦੇ ਸਮੇਂ ਨੂੰ ਖਾ ਜਾਣਾ ਇਹ ਵੀ ਇੱਕ ਚੋਰੀ ਹੁੰਦੀ ਹੈ। ਔਰ ਇਸ ਸੰਸਾਰ ਭਰ ਦੇ ਜੀਵ ਸਾਰੇ ਤਕਰੀਬਨ ਕਰਦੇ ਹਨ। ਮਿਥਿਆ ਹਸਤ ਪਰ ਦਰਬ ਕੋਹਿਰੇ। ਕਹਿੰਦੇ ਜਦੋਂ ਇਹ ਪਰਾਏ ਦਰਬ ਨੂੰ ਚਰਾਉਂਦੇ ਨੇ ਨਾ, ਪਰਾਏ ਧਨ ਨੂੰ ਚਰਾਉਂਦੇ ਨੇ, ਇਹ ਹੱਥ ਜਿਹੜੇ ਨੇ ਇਹ ਵਿਅਰਥ ਹੋ ਜਾਂਦੇ ਨੇ, ਇਹ ਸਫਲੇ ਨਹੀਂ ਹਨ। ਫਿਰ ਜਿਹੜਾ ਸਰੀਰ ਸਾਨੂੰ ਮਿਲਿਆ ਸੀ ਨਾ, ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ। ਕਹਿੰਦੇ ਨੇ ਕੀ ਕਰਮ ਕਮਾਇਆ? ਜਿਨ ਹਰ ਤੇਰਾ ਰਚਨ ਰਚਿਆ। ਜਿਸ ਵਾਹਿਗੁਰੂ ਨੇ ਤੇਰਾ ਰਚਨ ਰਚਿਆ ਸੀ ਉਸ ਨੂੰ ਮਨ ਦੇ ਵਿੱਚ ਨਾ ਹੀ ਵਸਾਇਆ ਤੂੰ। ਪਰ ਦਰਬ ਕੁਹਿਰੇ। ਮਹਾਰਾਜ ਕਹਿੰਦੇ ਨੇ ਮਿਥਿਆ ਨੇਤਰ ਪੇਖਦ ਪਰਤਰੇ ਰੂਪਾਦ। ਇਹ ਨੇਤਰ ਜਿਹੜੇ ਨੇ
ਜਿਨ੍ਹਾਂ ਨੂੰ ਸਤਿਗੁਰੂ ਗੁਰੂ ਅਮਰਦਾਸ ਜੀ ਕਹਿੰਦੇ ਨੇ, ਇਹ ਨੇਤਰੋ ਮੇਰਿਓ ਹਰ ਤੁਮੇ ਜੋ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨੇ ਹਾਲਿਆ। ਕਹਿੰਦੇ ਨੇ ਇਸ ਨਜ਼ਰਾਂ ਦੇ ਨਾਲ, ਇਹਨਾਂ ਨੇਤਰਾਂ ਦੇ ਨਾਲ ਅਕਾਲ ਪੁਰਖ ਪਰਮਾਤਮਾ ਜੀ ਦੇ ਜੀਵਾਂ ਦੇ ਵਿੱਚੋਂ ਵਾਹਿਗੁਰੂ ਦਿਸਣਾ ਸੀ, ਜੀਵਾਂ ਦੇ ਵਿੱਚੋਂ ਪਰਮਾਤਮਾ ਨਜ਼ਰ ਆਉਣਾ ਚਾਹੀਦਾ ਸੀ। ਪਰ ਕਹਿੰਦੇ ਨੇ ਇਹਨਾਂ ਨੇਤਰਾਂ ਨੇ ਕੀ ਕੀਤਾ, ਵੇਖਦੇ ਰਹੇ ਪਰ ਸਰੂਪ, ਪਰ ਪ੍ਰਾਇਤ ਰੂਪ ਵੇਖ ਵੇਖ ਕੇ ਆਪਣੇ ਆਪ ਨੂੰ ਵਿਕਾਰੀ ਬਣਾ ਲਿਆ। ਇਹ ਨੇਤਰ ਮਿਥਿਆ ਨੇਤਰ ਪੇਖਤ ਪਰ ਤ੍ਰਿਰੂਪਾਦ, ਦੂਜੇ ਦਾ ਸਰੀਰ ਰੂਪ ਤੱਕਦੇ ਰਹੇ। ਇਹ ਨੇਤਰ ਜਿਹੜੇ ਨੇ ਇਹ ਵੀ ਵਿਅਰਥ ਹੋ ਗਏ, ਇਹ ਵੀ ਕਿਸੇ ਕੰਮ ਨਹੀਂ, ਕਿਸੇ ਸਫਲੇ ਨਾ ਕਰ ਸਕਿਆ ਇਹਨਾਂ ਨੇਤਰਾਂ ਨੂੰ, ਇਹਨਾਂ ਅੱਖੀਆਂ ਨੂੰ। ਮਹਾਰਾਜ ਕਹਿੰਦੇ ਨੇ ਫਿਰ ਮਿਥਿਆ ਰਸਨਾ ਭੋਜਨ ਅਨ ਸਵਾਦ। ਇਹ ਰਸਨਾ ਜਿਹੜੀ ਹੈ, ਜਿਸ ਨੂੰ ਸਤਿਗੁਰੂ ਜੀ ਕਹਿੰਦੇ ਨੇ, ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰਤ ਕਿਤੇ, ਜਿਚਰ ਹਰ ਰਸ ਪੱਲੇ ਨਾ ਪਾਏ। ਉਹਨਾਂ ਚਿਰ ਇਹਦੀ ਪਿਆਸ ਨਹੀਂ ਬੁਝੇਗੀ ਜਿੰਨਾ ਚਿਰ ਹਰੀ ਰਸ ਦਾ ਨਾਮ, ਅਕਾਲ ਪੁਰਖ ਪਰਮਾਤਮਾ ਦਾ ਨਾਮ ਇਹ ਜਪ ਨਹੀਂ ਲੈਂਦੀ। ਤੇ ਜੇ ਇਹ ਨਹੀਂ ਜਪਦੀ ਤੇ ਕਹਿੰਦੇ ਇਹਦੀ ਪਿਆਸ ਕਦੇ ਖਤਮ ਨਹੀਂ ਹੁੰਦੀ। ਮਿਥਿਆ ਰਸਨਾ ਭੋਜਨ ਅਨ ਸਵਾਦ, ਬੜੇ ਸਵਾਦਲੇ ਪਦਾਰਥਾਂ ਦੇ ਵਿੱਚ ਰਚੀ ਰਹੀ, ਪਰਮਾਤਮਾ ਨੂੰ ਕਦੇ ਧਿਆਨ ਦੇ ਵਿੱਚ ਨਾ ਰੱਖਿਆ, ਚੇਤੇ ਦੇ ਵਿੱਚ ਨਾ ਰੱਖਿਆ। ਔਰ ਮਨੁੱਖ ਕਹਿੰਦਾ ਰੱਬ ਨੇ ਸਾਨੂੰ ਦਿੱਤਾ ਕੁਛ ਨਹੀਂ ਹੈ, ਅਕਾਲ ਪੁਰਖ ਪਰਮਾਤਮਾ ਨੇ ਸਾਨੂੰ ਕੁਛ ਨਹੀਂ ਦਿੱਤਾ। ਤੇ ਮਹਾਰਾਜ ਕਹਿੰਦੇ ਨੇ ਇਹ ਵੇਖ, ਇਹਨਾਂ ਹੱਥਾਂ ਦੇ ਨਾਲ ਤੂੰ ਕਿੰਨੇ ਬੁਰੇ ਕਰਮ ਕੀਤੇ, ਇਹਨਾਂ ਕੰਨਾਂ ਦੇ ਨਾਲ ਤੂੰ ਨਿੰਦਿਆ ਸੁਣੀ। ਨੇਤਰ ਵੇਖਣ ਵਾਸਤੇ ਤੈਨੂੰ ਰੱਬ ਜੀ ਨੇ ਦਿੱਤੇ ਸੀ, ਪਰ ਕਹਿੰਦੇ ਨੇ ਇਹਨਾਂ ਨੇਤਰਾਂ ਦੇ ਨਾਲ ਤੂੰ ਸੰਸਾਰ ਦੇ ਵਿੱਚ ਬੁਰਾਈਆਂ ਤੱਕਦਾ ਰਿਹਾ, ਪਰਾਏ ਸਰੀਰ ਨੂੰ ਤੱਕਦਾ ਰਿਹਾ। ਤੇ ਜਿਹੜੀ ਰਸਨਾ ਜੀਵਾ ਤੈਨੂੰ ਦਿੱਤੀ ਸੀਗੀ, ਇਸ ਜੀਵਾ ਦੇ ਭੋਜਨ ਦੇ ਵਿੱਚ ਲੱਗ ਕੇ ਕਹਿੰਦੇ ਵਾਹਿਗੁਰੂ ਨੂੰ ਵਿਸਾਰ ਛੱਡਿਆ, ਪਰਮਾਤਮਾ ਨੂੰ ਵਿਸਾਰ ਛੱਡਿਆ, ਜਦੋਂ ਕਿ ਰਿਜ਼ਕ ਤੈਨੂੰ ਪਰਮਾਤਮਾ ਦਿੰਦਾ ਹੈ। ਜਦੋਂ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਤੇ ਕਈ ਵਾਰੀ ਸਾਡੇ ਮਨ ਦੇ ਵਿੱਚ ਆਉਂਦੀ, ਪਰਮਾਤਮਾ ਰਿਜ਼ਕ ਕਿਸ ਤਰ੍ਹਾਂ ਦਿੰਦਾ ਹੈ, ਮਿਹਨਤ ਅਸੀਂ ਕੀਤੀ, ਅਸੀਂ ਵਿਦਿਆ ਪੜ੍ਹੀ, ਪੜ੍ਹਾਈ, ਉਸ ਤੋਂ ਬਾਅਦ ਬੜੀਆਂ ਮੁਸ਼ੱਕਤਾਂ ਦੇ ਨਾਲ, ਬੜੇ ਪਾਪੜ ਵੇਲਣ ਤੋਂ ਬਾਅਦ ਸਾਨੂੰ ਕੋਈ ਨੌਕਰੀ, ਕੋਈ ਕੰਮ ਮਿਲਿਆ। ਉਸ ਕੰਮ ਨੂੰ ਅਸੀਂ ਕੀਤਾ, ਸਰੀਰ ਦੇ ਨਾਲ ਉਸ ਕੰਮ ਨੂੰ, ਕਾਰਜ ਨੂੰ ਨਿਭਾਇਆ। ਤੇ ਕਹਿੰਦੇ ਇਹ ਰੱਬ ਜੀ ਰਿਜ਼ਕ ਸਾਨੂੰ ਕਿਵੇਂ ਦਿੰਦਾ ਹੋਇਆ। ਇਵੇਂ ਕਹਿੰਦੇ ਕੋਈ ਸਾਧੂ ਸੀ, ਕੋਈ ਫਕੀਰ ਸੀ, ਤੇ ਉਹ ਵੀ ਦੱਸਦਾ, ਕਹਿੰਦਾ ਕਿ ਅਕਾਲ ਪੁਰਖ ਪਰਮਾਤਮਾ ਸਾਨੂੰ ਰਿਜ਼ਕ ਦਿੰਦਾ ਹੈ। ਤੇ ਕੋਈ ਦੂਜਾ ਬੰਦਾ ਆਇਆ, ਉਹਨੂੰ ਬੜਾ ਆਪਣੀ ਮਾਣ ਸੀ ਕਿ ਮੈਂ ਆਪਣੀ ਹੱਥਾਂ ਦੇ ਨਾਲ ਮਿਹਨਤ ਕਰਦਾ ਹਾਂ, ਦਿਮਾਗ ਦੇ ਨਾਲ ਬਿਜ਼ਨਸ ਕਰਦਾ ਹੈ, ਪਰ ਵਾਹਿਗੁਰੂ ਰੋਟੀ ਕਿਵੇਂ ਦਿੰਦਾ, ਵਾਹਿਗੁਰੂ ਪਰਮਾਤਮਾ ਭੋਜਨ ਕਿਵੇਂ ਦਿੰਦਾ ਹੈ। ਉਹਨੇ ਸਾਧੂ ਨੂੰ ਜਾ ਕੇ ਬਾਂਹ ਪੁੱਛ ਲਿਆ, ਫੜ ਕੇ ਬਾਂਹ ਤੇ ਕਹਿੰਦਾ, ਸਾਧੂ ਜੀ, ਫਕੀਰ ਜੀ, ਆ ਹੁਣੇ ਤੁਸੀਂ ਬੋਲ ਕੇ ਆਏ ਹੋ ਸਾਰਿਆਂ ਨੂੰ ਕਿ ਰਿਜ਼ਕ ਪਰਮਾਤਮਾ ਦਿੰਦਾ। ਕਹਿੰਦੇ ਪਰਮਾਤਮਾ ਰਿਜ਼ਕ ਕਿਵੇਂ ਦਿੰਦਾ ਹੈ? ਕਹਿੰਦਾ ਭਲਿਆ ਰਿਜ਼ਕ ਪਰਮਾਤਮਾ ਹੀ ਦੇ ਰਿਹਾ, ਤੂੰ ਮੰਨ ਚਾ ਨਾ ਮੰਨ। ਉਹ ਕਹਿੰਦਾ ਠੀਕ ਹੈ, ਪਰਮਾਤਮਾ ਰਿਜ਼ਕ ਦਿੰਦਾ ਹੈ। ਤੇ ਕਹਿੰਦੇ ਜੇ ਮੈਂ ਇਹਨਾਂ ਹੱਥਾਂ ਦੇ ਨਾਲ ਮਿਹਨਤ ਹੀ ਨਹੀਂ ਕਰਾਂਗਾ ਤੇ ਪਰਮਾਤਮਾ ਰਿਜ਼ਕ ਕਿਵੇਂ ਦੇਵੇਗਾ? ਉਹ ਫਕੀਰ ਕਹਿੰਦਾ ਤਦੋਂ ਵੀ ਤੈਨੂੰ ਰਿਜ਼ਕ ਦੇਵੇਗਾ ਪਰਮਾਤਮਾ। ਕਹਿੰਦੇ ਚਲੋ ਠੀਕ ਹੈ, ਜੇ ਪਰਮਾਤਮਾ ਮੈਨੂੰ ਰਿਜ਼ਕ ਦੇ ਦੇਵੇ, ਫਿਰ ਉਸ ਰਿਜ਼ਕ ਨੂੰ, ਉਸ ਆਟੇ ਨੂੰ ਗੁੰਨਾ ਹੀ ਨਾ, ਭਾਵ ਕਿ ਮੈਂ ਉਸ ਆਟੇ ਨੂੰ ਪਕਾਵਾਂ ਹੀ ਨਾ ਇਹਨਾਂ ਹੱਥਾਂ ਦੇ ਨਾਲ। ਫਕੀਰ ਕਹਿੰਦਾ ਰੱਬ ਤੈਨੂੰ ਤਾਂ ਵੀ ਰਿਜ਼ਕ ਦੇ ਦੇਵੇਗਾ। ਉਹ ਕਹਿੰਦਾ ਚਲੋ ਜੇ ਪਕਾ ਵੀ ਲਿਆ ਤੇ ਜੇ ਮੈਂ ਬੁਰਕੀ ਤੋੜ ਕੇ ਇਹਨਾਂ ਹੱਥਾਂ ਦੇ ਨਾਲ ਖਾਵਾਂ ਹੀ ਨਾ, ਫਕੀਰ ਕਹਿੰਦਾ ਤਾਂ ਵੀ ਤੈਨੂੰ ਰੱਬ ਰਿਜ਼ਕ ਦੇ ਦੇਵੇਗਾ। ਕਹਿੰਦਾ ਚੰਗਾ ਫਕੀਰ ਹੈ, ਮੰਨਣ 'ਚ ਨਹੀਂ ਆ ਰਿਹਾ, ਹਰੇਕ ਗੱਲ ਨੂੰ ਕਹਿੰਦਾ ਰੱਬ ਹੀ ਦੇ ਰਿਹਾ, ਰੱਬ ਹੀ ਦੇ ਰਿਹਾ। ਉਹ ਕਹਿੰਦਾ ਚਲੋ ਠੀਕ ਹੈ, ਮੈਂ ਇੱਕ ਥਾਂ ਤੇ ਬੈਠ ਜਾਣਾ, ਉਸ ਥਾਂ ਤੇ ਜਾ ਕੇ ਬੈਠਾਂਗਾ ਜਿੱਥੇ ਕੋਈ ਆਉਂਦਾ ਜਾਂਦਾ ਨਾ ਹੋਵੇ। ਉਹ ਗਿਆ ਤੇ ਖੇਤ ਦੇ ਵਿੱਚ ਜਾ ਕੇ ਬੈਠ ਗਿਆ, ਦੂਰ ਦਰੇਡੇ। ਜਦੋਂ ਬੈਠਿਆ, ਅੱਖਾਂ ਬੰਦ ਕਰਕੇ ਬੈਠਿਆ, ਤੇ ਕਹਿੰਦੇ ਨੇ ਕੋਈ ਸਰੀਰ, ਕੋਈ ਮਾਈ ਆਪਣੇ ਬੱਚੇ ਵਾਸਤੇ ਖੇਤ ਭੋਜਨ ਲੈ ਕੇ ਗਈ। ਅੱਜ ਵੀ ਪਹਿਲੇ ਸਮੇਂ ਦੇ ਵਿੱਚ ਵੀ ਖੇਤ
ਜਦੋਂ ਬੰਦਾ ਕੰਮ ਕਰਦਾ ਸੀ ਤੇ ਪਿੱਛੇ ਬੀਬੀਆਂ ਭੋਜਨ ਲੈ ਕੇ ਜਾਂਦੀਆਂ ਪਹੁੰਚਦੀਆਂ ਸਨ। ਉਹ ਮਾਤਾ ਜਦੋਂ ਭੋਜਨ ਲੈ ਕੇ ਗਈ ਤੇ ਉਹਨੇ ਸੋਚਿਆ ਕਿ ਅੱਗੇ ਮੇਰੇ ਪੁੱਤਰ ਦੇ ਵਾਸਤੇ ਮੈਂ ਪ੍ਰਸ਼ਾਦੇ ਲੈ ਕੇ ਚੱਲੀ ਹਾਂ, ਇਹ ਸਾਧੂ ਬੈਠਾ ਹੈ ਤੇ ਕਈ ਵਾਰੀ ਵੇਖਿਆ ਹੈ ਕਿ ਪੁੱਤਰ ਦੇ ਜਿਹੜੇ ਪ੍ਰਸ਼ਾਦੇ ਨੇ ਉਹ ਵੱਧ ਜਾਂਦੇ ਨੇ, ਭੋਜਨ ਵੱਧ ਜਾਂਦਾ ਹੈ ਤੇ ਉਹ ਘਰ ਦੇ ਵਿੱਚ ਵਾਪਸ ਆ ਜਾਂਦੇ ਨੇ। ਇਸ ਕਰਕੇ ਕਿਉਂ ਨਾ ਮੈਂ 2 ਪ੍ਰਸ਼ਾਦੇ ਇਹਦੇ ਸਾਹਮਣੇ ਰੱਖ ਦੇਵਾਂ। ਉਹਨੇ ਕੀ ਕੀਤਾ, ਡੱਬਾ ਖੋਲ੍ਹਿਆ, 2 ਪ੍ਰਸ਼ਾਦੇ ਉਸ ਸਾਧੂ ਦੇ ਸਾਹਮਣੇ ਰੱਖ ਦਿੱਤੇ। ਇਹੀ ਜਿਹੜਾ ਕਹਿੰਦਾ ਸੀ ਕਿ ਰੋਟੀ ਪ੍ਰਮਾਤਮਾ ਨਹੀਂ ਦਿੰਦਾ। ਸੋ ਇੰਨੇ ਚਿਰ ਨੂੰ ਉਥੋਂ ਮਾਈ ਚਲੀ ਜਾਂਦੀ ਹੈ। ਉਹ ਪ੍ਰਸ਼ਾਦੇ ਦੇ ਸਾਹਮਣੇ ਪਏ ਨੇ, ਇਹਨੂੰ ਪਤਾ ਤਾਂ ਲੱਗ ਗਿਆ ਵੀ ਇੱਕ ਗੱਲ ਤਾਂ ਪੂਰੀ ਹੋ ਗਈ ਵੀ ਪ੍ਰਸ਼ਾਦਾ ਤਾਂ ਪਹੁੰਚ ਗਿਆ। ਹੁਣ ਇਹ ਗੱਲ ਤਾਂ ਇਹਨੇ ਵੇਖ ਲਈ ਵੀ ਹਾਂ ਪ੍ਰਸ਼ਾਦਾ ਤਾਂ ਪਹੁੰਚ ਗਿਆ ਹੈ, ਪਰ ਫਕੀਰ ਜੀ ਕਹਿੰਦੇ ਸੀ ਰੱਬ ਤੇਰੇ ਹੱਥਾਂ ਤੋਂ ਬਗੈਰ ਤੈਨੂੰ ਪ੍ਰਸ਼ਾਦਾ ਤੇਰੇ ਮੂੰਹ ਤੱਕ ਪਹੁੰਚਾ ਦੇਵੇਗਾ। ਤਾਂ ਵੀ ਕਹਿੰਦੇ ਸੀ ਮੈਂ ਕਿਹਾ ਵੀ ਹੱਥਾਂ ਤੋਂ ਬਿਨਾਂ ਜੇ ਮੈਂ ਖਾਵਾਂਗਾ ਨਾ, ਬੁਰਕੀ ਨਹੀਂ ਤੋੜਾਂਗਾ ਤੇ ਪ੍ਰਸ਼ਾਦਾ ਅੰਦਰ ਕਿਵੇਂ ਭੇਜੇਗਾ ਰੱਬ। ਸੋ ਹੁਣ ਉਹ ਵੀ ਉਸ ਦੀ ਵੀ ਉਡੀਕ ਕਰਨ ਲੱਗ ਪਿਆ ਵੀ ਹੁਣ ਤਾਂ ਪ੍ਰਸ਼ਾਦਾ ਪਿਆ ਸਾਹਮਣੇ, ਪਰ ਇਹ ਕਿਵੇਂ ਅੰਦਰ ਜਾਏਗਾ ਹੱਥਾਂ ਤੋਂ ਬਗੈਰ। ਸੋ ਕਹਿੰਦੇ ਇੰਨੇ ਚਿਰ ਨੂੰ ਕੋਈ ਚੋਰ ਚੋਰੀ ਕਰਕੇ ਆਏ। ਉਹਨਾਂ ਨੇ ਵੇਖਿਆ ਵੀ ਇੱਕ ਸਰੀਰ ਬੈਠਾ, ਅੱਖਾਂ ਬੰਦ ਨੇ, ਸਾਹਮਣੇ ਭੋਜਨ ਪਿਆ ਏ। ਭੁੱਖ ਲੱਗੀ ਸੋ ਉਹਨਾਂ ਨੇ ਕਿਹਾ ਵੀ ਪ੍ਰਸ਼ਾਦਾ ਤਾਂ ਪਿਆ ਹੈ ਸਾਹਮਣੇ, 2 ਪ੍ਰਸ਼ਾਦੇ ਪਏ ਨੇ, ਸੋ ਕਿਉਂ ਨਾ ਇਹਨਾਂ ਪ੍ਰਸ਼ਾਦਿਆਂ ਨੂੰ ਛਕਿਆ ਜਾਵੇ। ਪਰ ਉਹਨਾਂ ਵੇਖਿਆ ਵੀ ਇਹ ਨਾ ਹੋਵੇ ਕਿ ਇਹ ਕਿਤੇ ਜਿਹੜਾ ਸਾਹਮਣੇ ਬੈਠਾ ਇਹ ਫਕੀਰ ਨਾ ਹੋਵੇ। ਜੇ ਇਹ ਚੋਰ ਹੋਵੇਗਾ, ਇਹ ਫਕੀਰ ਨਹੀਂ ਇਹ ਚੋਰ ਹੋਵੇਗਾ। ਸੋ ਉਹਨਾਂ ਕੀ ਕੀਤਾ ਵੀ ਉਹਨਾਂ ਸੋਚਿਆ ਵੀ ਜੇ ਇਹ ਚੋਰ ਹੋਏਗਾ ਵੀ ਇਹ ਨਾ ਹੋਵੇ ਵੀ ਸਾਡੀ ਇਸ ਰੋਟੀ ਦੇ ਵਿੱਚ ਕਿਤੇ ਜ਼ਹਿਰ ਮਿਲਾਇਆ ਹੋਵੇ, ਜਿਸ ਕਰਕੇ ਅਸੀਂ ਖਾਈਏ ਤੇ ਜੋ ਅਸੀਂ ਲੁੱਟ ਕੇ ਲਿਆਂਦਾ ਹੋਏ ਲੈ ਲਵੇ, ਅਸੀਂ ਮਰ ਜਾਈਏ ਤੇ ਲੈ ਲਵੇਗਾ। ਉਹਨਾਂ ਕੀ ਕੀਤਾ, ਬੁਰਕੀ ਨੂੰ ਤੋੜੀ, ਕਹਿੰਦਾ ਪਹਿਲਾਂ ਇਸ ਬੰਦੇ ਦੇ ਮੂੰਹ ਦੇ ਵਿੱਚ ਪਾਓ, ਕਹਿੰਦੇ ਪਤਾ ਲੱਗ ਜਾਏਗਾ ਵੀ ਇਸ ਬੰਦੇ ਦੇ ਮੂੰਹ ਦੇ ਵਿੱਚ ਬੁਰਕੀ ਪਾਓ ਵੀ ਜੇ ਜ਼ਹਿਰ ਹੋਏਗਾ ਤੇ ਇਹ ਖਾਏਗਾ ਨਹੀਂ। ਸੋ ਉਹਨਾਂ ਨੇ ਬੁਰਕੀ ਤੋੜੀ ਤੇ ਉਹਦੇ ਮੂੰਹ ਦੇ ਵਿੱਚ ਪਾ ਦਿੱਤੀ, ਜਿਹੜਾ ਬੈਠਾ ਸੀ, ਜਿਹੜਾ ਕਹਿੰਦਾ ਸੀ ਕਿ ਰੱਬ ਮੈਨੂੰ ਭੋਜਨ ਨਹੀਂ ਦਿੰਦਾ, ਮੈਂ ਖੁਦ ਕਮਾਉਣਾ ਹੈ। ਉਹਨਾਂ ਨੇ ਕੀ ਕੀਤਾ, ਮੂੰਹ ਦੇ ਵਿੱਚ ਬੁਰਕੀ ਪਾ ਦਿੱਤੀ ਤੇ ਜਦੋਂ ਬੁਰਕੀ ਪਾਈ ਇਹਨੂੰ ਆਖਿਆ ਵੀ ਬੁਰਕੀ ਹੁਣ ਰੋਟੀ ਖਾ। ਇਹਨੇ ਅੱਗੇ ਉਸ ਚਬਾਇਆ ਨਾ ਰੋਟੀ ਨੂੰ, ਵੀ ਉਹਨਾਂ ਨੂੰ ਪੱਕਾ ਸ਼ੱਕ ਹੋ ਗਿਆ ਵੀ ਵਾਕਈ ਇਹਦੇ ਵਿੱਚ ਜ਼ਹਿਰ ਪਾਇਆ ਹੋਣਾ ਹੈ, ਜਿਹਦੇ ਕਰਕੇ ਇਹ ਰੋਟੀ ਨਹੀਂ ਖਾ ਰਿਹਾ। ਉਹਨਾਂ ਨੇ ਕੀ ਕੀਤਾ, ਇਹਦੇ ਕੰਨ ਤੇ 2-3 ਚਪੇੜਾਂ ਜੜ ਦਿੱਤੀਆਂ, ਜਿਹਦੇ ਕਰਕੇ ਫਿਰ ਇਹਨੂੰ ਕਹਿੰਦੇ ਤੈਨੂੰ ਰੋਟੀ ਚਿੱਥਣੀ ਪਵੇਗੀ, ਤੈਨੂੰ ਚੱਬਣੀ ਪਵੇਗੀ। ਫਿਰ ਜਦੋਂ ਚਪੇੜਾਂ ਮਾਰੀਆਂ ਗਈਆਂ, ਇਹਨੇ ਰੋਟੀ ਨੂੰ ਚੱਬਿਆ, ਖਾਧਾ ਤੇ ਉਹ ਰੋਟੀ ਨੂੰ ਖਾ ਕੇ ਉੱਥੋਂ ਭੱਜਦਾ ਹੋਇਆ ਸਿੱਧਾ ਫਕੀਰ ਦੇ ਕੋਲ ਜਾਂਦਾ ਹੈ। ਕਹਿੰਦਾ ਫਕੀਰ ਜੀ ਤੁਸੀਂ ਸੱਚ ਕਹਿੰਦੇ ਸੀ ਕਿ ਰੱਬ ਰਿਜ਼ਕ ਦੇ ਦਿੰਦਾ ਹੈ, ਇਹਨਾਂ ਹੱਥਾਂ ਤੋਂ ਬਗੈਰ ਵੀ ਬੰਦੇ ਨੂੰ ਰਿਜ਼ਕ ਦਿੰਦਾ ਹੈ। ਸੋ ਕਹਿਣ ਲੱਗੇ ਫਕੀਰ ਜੀ ਮੈਂ ਤੁਹਾਡੇ ਅੱਗੇ ਅਰਦਾਸ ਕਰਦਾ ਹੈ ਵੀ ਹਾਂ ਭਾਵੇਂ ਕਿ ਮੈਂ ਆਖਦਾ ਕਿ ਮੈਂ ਮਿਹਨਤ ਕਰਕੇ, ਮੈਂ ਮਸ਼ੱਕਤ ਕਰਕੇ ਰੋਟੀ ਕਮਾਈ, ਪਰ ਦਿੰਦਾ ਰੱਬ ਹੈ। ਜੇ ਨਹੀਂ ਬੰਦਾ ਖਾਂਦਾ ਤੇ ਕਹਿੰਦੇ ਉਹ ਚਪੇੜਾਂ ਮਰਾ ਕੇ ਰੋਟੀਆਂ ਬੰਦੇ ਦੇ ਅੰਦਰ ਘੱਲ ਦਿੰਦਾ। ਇਸ ਕਰਕੇ ਮੈਨੂੰ ਚਪੇੜਾਂ ਵਾਲੀ ਥੱਪੜਾਂ ਵਾਲੀ ਰੋਟੀ ਨਹੀਂ ਚਾਹੀਦੀ, ਆ ਮੈਂ ਆਪਣੇ ਹੱਥਾਂ ਦੇ ਨਾਲ ਕਮਾ ਕੇ ਤੇ ਖਾ ਲਵਾਂਗਾ। ਉਹ ਫਕੀਰ ਦੇ ਸਾਹਮਣੇ ਜਾ ਕੇ ਰੋ ਪਿੱਟਿਆ ਵੀ ਰੱਬ ਰੋਟੀ ਭੋਜਨ ਦਿੰਦਾ ਹੈ ਔਰ ਸਾਨੂੰ ਬਾਰ-ਬਾਰ ਭੋਜਨ ਦਿੰਦਾ ਹੈ, ਸਾਡੀ ਜੀਵਕਾ ਦੇ ਵਾਸਤੇ ਸਾਨੂੰ ਪ੍ਰਮਾਤਮਾ ਭੋਜਨ ਦਿੰਦਾ ਹੈ। ਕਹਿੰਦੇ ਇਸੇ ਤਰੀਕੇ ਦੇ ਨਾਲ ਇਹ ਮਨੁੱਖ ਨੇ ਕਦੀ ਉਸ ਵਾਹਿਗੁਰੂ ਦਾ ਧੰਨਵਾਦ ਨਹੀਂ ਕੀਤਾ। ਰੱਬ ਤਾਂ ਤੈਨੂੰ ਰੋਟੀਆਂ ਧੱਕੇ ਨਾਲ ਦੇ ਰਿਹਾ ਹੈ, ਪ੍ਰਮਾਤਮਾ ਭੋਜਨ ਤੈਨੂੰ ਜ਼ਬਰਦਸਤੀ ਦੇ ਰਿਹਾ ਹੈ ਵੀ ਬੰਦਿਆ ਤੇਰੇ ਸਵਾਸ ਚੱਲਦੇ ਰਹਿਣਗੇ, ਇਹ ਸਵਾਸ ਤੇਰੇ ਨਿਰੰਤਰ ਚੱਲਦੇ ਰਹਿਣਗੇ, ਰੱਬ ਨੇ ਤੈਨੂੰ ਭੋਜਨ ਦਿੱਤਾ। ਪਰ ਕਹਿੰਦੇ ਅਸਲ ਦੇ ਵਿੱਚ ਇਹ ਪ੍ਰਮਾਤਮਾ ਦਾ ਧੰਨਵਾਦ ਕਿਉਂ ਨਹੀਂ ਕਰਦਾ, ਵਾਹਿਗੁਰੂ ਦਾ ਧੰਨਵਾਦ ਕਿਉਂ ਨਹੀਂ ਕਰਦਾ? ਕਿਉਂਕਿ ਇਹ ਕੇਵਲ ਇਹਨਾਂ ਬਾਹਰੀ ਤੌਰ ਦੇ ਰਸਾਂ ਕਸਾਂ ਦੇ ਵਿੱਚ ਲੱਗਾ ਹੋਇਆ ਹੈ। ਸਤਿਗੁਰੂ ਜੀ ਕਹਿੰਦੇ ਨੇ ਮਿੱਥਿਆ ਚਰਨ ਪਰ ਵਿਕਾਰ ਕੋ ਧਾਵੇਂ। ਕਿਸੇ ਦਾ ਮਾੜਾ ਕਰਨਾ ਹੋਵੇ ਨਾ ਤੇ ਇਹ ਜਿਹੜੇ ਚਰਨ ਨੇ, ਇਹ ਜਿਹੜੇ ਪੈਰ ਨੇ, ਦੌੜ ਦੌੜ ਕੇ ਜਾਂਦੇ ਨੇ ਵੀ ਅੱਜ ਕਿਸੇ ਦੇ ਨਾਲ ਮਾੜਾ ਹੋਣਾ ਹੈ। ਕਈ ਵਾਰ ਵੇਖੋ ਇਹ ਬੰਦਾ ਪੱਬਾਂ ਭਾਰ ਖਲੋ ਕੇ ਜਦੋਂ ਕਿਸੇ ਦਾ ਮਾੜਾ ਹੋ ਰਿਹਾ ਹੋਵੇ ਨਾ ਤੇ ਭੀੜ ਜ਼ਿਆਦਾ ਲੱਗੀ ਹੋਵੇ, ਇਹਨੂੰ ਦਿਸ ਕੋਈ ਨਾ ਰਿਹਾ ਹੋਵੇ ਤੇ ਕਹਿੰਦੇ ਨੇ ਇਹ ਪੱਬਾਂ ਭਾਰ ਹੋ ਕੇ ਉਸ ਬੰਦੇ ਨੂੰ ਬੁਰਾਈਆਂ, ਉਸ ਬੰਦੇ ਦੇ ਔਗਣ
ਉਸ ਬੰਦੇ ਦਾ ਮਾੜਾ ਹੁੰਦਾ ਵੇਖਦਾ ਹੈ। ਪਾਬਾਂ ਦੇ ਉੱਤੇ ਖਲੋ ਕੇ ਮਿੱਥਿਆ ਚਰਨ ਪਰ ਵਿਕਾਰ ਕੋ ਧਾਵੇ। ਕਹਿੰਦੇ ਨੇ ਪਰਾਏ ਵਿਕਾਰ ਨੂੰ ਭੱਜਦੇ ਨੇ, ਦੌੜਦੇ ਨੇ, ਪਰਾਏ ਦਾ ਦੂਜੇ ਦਾ ਬੁਰਾ ਕਰਨ ਵਾਸਤੇ। ਮਿੱਥਿਆ ਮਨ ਪਰ ਲੋਭ ਲੁਭਾਵੇਂ। ਕਹਿੰਦੇ ਨੇ ਇਹ ਜਿਹੜਾ ਤਨ ਨਾਸ਼ਵੰਤ ਹੈ, ਇਹ ਜਿਹੜਾ ਮਨ ਇਹ ਨਾਸ਼ਵੰਤ ਹੈ, ਜਿਹੜਾ ਕੁਝ ਚੰਗਿਆਈਆਂ ਨਹੀਂ ਕਰਦਾ। ਮਿੱਥਿਆ ਮਨ ਪਰ ਲੋਭ ਲੁਭਾਵੇਂ, ਜਿਹੜਾ ਲੋਭ ਦੇ ਵਿੱਚ ਲੱਗਾ ਹੋਇਆ ਹੈ, ਲੋਭ ਦੇ ਵਿੱਚ ਰਹਿੰਦਾ ਹੈ। ਮਿੱਥਿਆ ਤਨ ਨਹੀਂ ਪਰ ਉਪਕਾਰਾ, ਇਸ ਤਨ ਨੇ ਕੋਈ ਪਰ ਉਪਕਾਰ ਨਾ ਕੀਤਾ, ਦੂਜੇ ਦਾ ਭਲਾ ਨਾ ਕੀਤਾ, ਇਸ ਕਰਕੇ ਇਹ ਦੇਹੀ ਅਜਾਈ ਗਵਾਲੀ, ਇਹ ਨਾਸ਼ਵੰਤ ਹੋ ਗਈ, ਇਸ ਦੇਹੀ ਦਾ ਲਾਭ ਕੋਈ ਖੱਟ ਨਾ ਸਕਿਆ। ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿੰਦੇ ਵੇਖੋ ਇਹ ਬੰਦੇ ਦੀ ਬਿਰਤੀ ਕਿਹੋ ਜੀ ਹੈ। ਉਹਨਾਂ ਨੇ ਇੱਕ ਗਧੇ ਦਾ ਦ੍ਰਿਸ਼ਟਾਂਤ ਦਿੱਤਾ ਹੈ ਕਿ ਉਸ ਦਾ ਸੁਭਾਅ ਕਿਵੇਂ ਦਾ ਹੈ। ਉਸ ਗਧੇ ਦਾ ਸੁਭਾਅ ਕਿਵੇਂ ਦਾ ਹੈ। ਕਹਿੰਦੇ ਚੋਆ ਚੰਦਨ ਮੇਦ ਲੈ, ਚੋਆ ਚੰਦਨ ਮੇਦ ਕਹਿ ਲੈ ਕਪੂਰ ਕਥੂਰੀ ਸੰਦਾ। ਬਹੁਤ ਸਾਰੀਆਂ ਸੁਗੰਧੀਆਂ ਲਈਆਂ, ਚੰਦਨ ਲਿਆ, ਹੋਰ ਕਈ ਢੰਗ ਦੀਆਂ ਕਪੂਰ ਕਸਤੂਰੀ ਇਹ ਸੁਗੰਧੀਆਂ ਲੈ ਲਈਆਂ। ਸਭ ਸੁਗੰਧ ਰਲਾਇਕ ਹੈ ਗੁਰ ਗਾਂਧੀ ਅਰ ਗਜਾ ਕਰਨ ਦਾ। ਸਾਰੀਆਂ ਸੁਗੰਧੀਆਂ ਨੂੰ ਇਕੱਠੀਆਂ ਕਰਕੇ ਨਾ ਫਿਰ ਕਹਿੰਦੇ ਨੇ ਗਰ ਗਜਾ, ਬਹੁਤ ਵੱਡਾ ਇੱਕ ਸੁਗੰਧੀ ਦਾ ਖਜ਼ਾਨਾ ਬਣਾ ਲਿਆ, ਬੜੀ ਵੱਡੀ ਸੁਗੰਧੀ ਬਣਾ ਲਈ ਸਾਰੀਆਂ ਸੁਗੰਧੀਆਂ ਨੂੰ ਇੱਕ ਕਰਕੇ। ਸੋ ਕਹਿੰਦੇ ਨੇ ਉਸ ਤੋਂ ਬਾਅਦ ਮਜਲਸ ਆਵੇ ਸਾਹਿਬਾਂ, ਗੁਣ ਅੰਦਰ ਹੋਏ ਗੁਣ ਮਹਿ ਕੰਦਾ। ਫਿਰ ਕਹਿੰਦੇ ਨੇ ਫਿਰ ਵੱਡਿਆਂ ਵੱਡਿਆਂ ਲੋਕਾਂ ਦੇ ਵਿੱਚ ਉਹ ਸੁਗੰਧੀ ਗਈ, ਅਮੀਰ ਲੋਕਾਂ ਦੇ ਵਿੱਚ ਉਹ ਸੁਗੰਧੀ ਗਈ। ਉਸ ਪਰਫਿਊਮ ਨੂੰ ਉਹਨਾਂ ਨੇ ਵਰਤਿਆ, ਉਸ ਸੁਗੰਧੀ ਨੂੰ ਵਰਤਿਆ ਤੇ ਉਹਨਾਂ ਨੇ ਵਾਹ ਵਾਹ ਕੀਤੀ। ਗੁਣ ਅੰਦਰ ਗੁਣ ਮਹਿ ਕੰਦਾ। ਕਹਿੰਦੇ ਫਿਰ ਉਹਨਾਂ ਗੁਣਾਂ ਦੇ ਵਿੱਚ ਉਹਦੇ ਸੁਗੰਧੀ ਦੇ ਗੁਣ ਲੈ ਲੈ ਕੇ ਉਹਨਾਂ ਨੇ ਆਖਿਆ ਵੀ ਵਾਹ ਕਿੰਨੀ ਸੋਹਣੀ ਸੁਗੰਧੀ ਆਉਂਦੀ ਹੈ ਇਹਦੇ ਵਿੱਚੋਂ, ਕਿੰਨੀ ਵਧੀਆ ਸੁਗੰਧੀ ਆਉਂਦੀ ਹੈ। ਉਹਨਾਂ ਨੇ ਇਸ ਦੇ ਗੁਣ ਬਿਆਨ ਕੀਤੇ। ਸੋ ਅਗਲੀ ਉਦਾਹਰਨ ਕਹਿੰਦੇ ਗਦਹਾ ਦੇਹੀ ਖੌਲੀਏ ਸਾਰ ਨਾ ਜਾਣੇ ਨਰਕ ਭਵੰਦਾ। ਫਿਰ ਜਿੱਥੇ ਉਸ ਸੁਗੰਧੀ ਦੀ ਉਹਨਾਂ ਨੇ ਉਸਤਤ ਕੀਤੀ, ਜਦੋਂ ਵੱਡੇ ਵੱਡੇ ਲੋਕਾਂ ਦੇ ਵਿੱਚ ਗਿਆ, ਉਹ ਸੁਗੰਧੀ ਗਈ, ਉਹਨਾਂ ਨੇ ਤਨ ਤੇ ਲਾਈ। ਲਾਉਣ ਤੋਂ ਬਾਅਦ ਜਦੋਂ ਉਹਦੇ ਵਿੱਚੋਂ ਖੁਸ਼ਬੂ ਪੈਦਾ ਹੋਈ ਤੇ ਉਹਨਾਂ ਨੇ ਉਸ ਸੁਗੰਧੀ ਦੇ ਗੁਣਾਂ ਨੂੰ ਬਿਆਨ ਕੀਤਾ ਵੀ ਕਿੰਨੀ ਵਧੀਆ ਸੁਗੰਧੀ ਇਹਦੇ ਵਿੱਚ ਆਉਂਦੀ ਹੈ। ਪਰ ਕਹਿੰਦੇ ਗਦਹਾ ਦੇਹੀ ਖੌਲੀਏ, ਉਹੀ ਸੁਗੰਧੀ ਫਿਰ ਗਧੇ ਦੇ ਤਨ ਨੂੰ ਲਾਈ ਗਈ, ਗਧੇ ਦੇ ਤਨ ਨੂੰ ਲਾ ਦਿੱਤੀ ਗਈ। ਕਹਿੰਦੇ ਨੇ ਸਾਰ ਨਾ ਜਾਣੇ ਨਰਕ ਭਵੰਦਾ। ਨਰਕ ਤੋਂ ਭਾਵ ਹੁੰਦਾ ਹੈ ਕੂੜਾ ਕਰਕਟ। ਕੂੜਾ ਕਰਕਟ ਕਹਿੰਦੇ ਨੇ ਉਹਨਾਂ ਉੱਤੇ ਫਿਰਦਾ ਰਿਹਾ, ਉਹਨੇ ਉਸ ਦੀ ਸਾਰ ਨਾ ਜਾਣੀ, ਉਸ ਸੁਗੰਧੀ ਦੀ ਸਾਰ ਨਾ ਜਾਣੀ ਕਿ ਜਿੱਥੇ ਮਿੱਟੀ ਉੱਥੇ ਜਾ ਕੇ ਲਿਟ ਲਿਆ, ਉੱਥੇ ਜਾ ਕੇ ਲਿਟ ਲਿਆ। ਤੇ ਕਹਿੰਦੇ ਨੇ ਇਸ ਬੰਦੇ ਨੇ ਕੀ ਕੀਤਾ, ਅੰਨਾ ਅੱਖੀ ਹੋਵਈ, ਅੱਖਾਂ ਹੈਣ ਪਰ ਕਹਿੰਦੇ ਨੇ ਅੱਖਾਂ ਹੁੰਦਿਆਂ ਹੋਇਆਂ ਵੀ ਇਹ ਬੰਦਾ ਅੰਨਾ ਨੇਤਰਹੀਨ ਹੈ। ਅੰਨਾ ਅੱਖੀ ਹੋਵਈ ਕੰਨ ਨਾ ਸੁਣਈ। ਕਹਿੰਦੇ ਨੇ ਕੰਨਾਂ ਦੇ ਨਾਲ ਇਹਨੇ ਗੁਰ ਸ਼ਬਦ ਨੂੰ ਸੁਣਿਆ ਨਹੀਂ, ਕੰਨਾਂ ਦੇ ਨਾਲ ਕੰਨ ਹੁੰਦੇ ਹੋਏ ਵੀ ਬੋਲਾ ਕੰਨਾ ਹੋਵੇ, ਕੰਨਾਂ ਤੋਂ ਬਿਨਾ ਕੰਨ ਹੈ ਵੀ ਨਹੀਂ ਪਰ ਇਹ ਤਾਂ ਵੀ ਬੋਲਾ ਹੈ ਕਿ ਸ਼ਬਦ ਨੂੰ ਸੁਣਿਆ ਨਹੀਂ, ਗੁਰੂ ਦੇ ਜਸ ਨੂੰ ਸੁਣਿਆ ਨਹੀਂ, ਸ਼ਬਦ ਦੇ ਵਿੱਚ ਸੁਰਤ ਨਹੀਂ ਜੋੜਦਾ। ਤੇ ਉਸ ਤੋਂ ਬਾਅਦ ਕਹਿੰਦੇ ਨੇ ਇਸ ਬੰਦੇ ਨੇ ਕੀ ਕੀਤਾ, ਕਦੀ ਵੀ ਸਾਧ ਸੰਗਤ ਦੇ ਵਿੱਚ ਆ ਕੇ ਪਰਮਾਤਮਾ ਦੇ ਨਾਲ ਧਿਆਨ ਨਹੀਂ ਜੋੜਿਆ, ਵਾਹਿਗੁਰੂ ਦੇ ਨਾਲ ਧਿਆਨ ਨਹੀਂ ਜੋੜਿਆ, ਫੋਕਟ ਕਰਮ ਕਰਦਾ ਰਿਹਾ। ਤੇ ਕਹਿੰਦੇ ਨੇ ਇਹਨਾਂ ਫੋਕਟਾਂ ਕਰਮਾਂ ਦੇ ਵਿੱਚ ਪੈ ਕੇ ਅਕਾਲ ਪੁਰਖ ਪਰਮਾਤਮਾ ਨੂੰ ਵਿਸਾਰ ਦਿੱਤਾ, ਪਰਮਾਤਮਾ ਨੂੰ ਧਿਆਨ ਦੇ ਵਿੱਚ ਨਹੀਂ ਰੱਖਿਆ, ਸਗੋਂ ਇਸ ਨੇ ਬੱਧਾ ਜੱਟੀ ਭਰੀ, ਕੇਵਲ ਆਇਆ ਤੇ ਚਲਾ ਗਿਆ, ਸਿਰਫ ਇਹ ਵਿਖਾਉਣ ਵਾਸਤੇ ਕਿ ਮੈਂ ਗੁਰੂ ਨਾਲ ਜੁੜਿਆ ਹਾਂ, ਕੇਵਲ ਬੱਧਾ ਚੱਟੀ ਭਰੀ। ਅਕਾਲ ਪੁਰਖ ਪਰਮਾਤਮਾ ਜੀ ਦੇ ਨਾਲ ਸਾਧ ਸੰਗਤ ਦੇ ਵਿੱਚ ਆਣ ਕੇ ਕਦੀ ਧਿਆਨ ਨਹੀਂ ਲਾਇਆ, ਸਾਧ ਸੰਗਤ ਦੇ ਵਿੱਚ ਆ ਕੇ ਕਦੀ ਪਰਮਾਤਮਾ ਨੂੰ ਚੇਤੇ ਦੇ ਵਿੱਚ ਨਹੀਂ ਰੱਖਿਆ। ਤੇ ਸਤਿਗੁਰੂ ਜੀ ਕਹਿੰਦੇ ਨੇ ਮਿੱਥਿਆ ਤਨ
ਨਹੀਂ ਪਰਉਪਕਾਰਾ, ਕਦੀ ਪਰਉਪਕਾਰ ਨਹੀਂ ਕੀਤਾ, ਕਦੀ ਦੂਜੇ ਦਾ ਭਲਾ ਨਹੀਂ ਕੀਤਾ। ਤੇ ਜੇ ਨਿੰਦਿਆ ਹੀ ਕੀਤੀ, ਜੇ ਕਿਸੇ ਨੇ ਦੂਜੇ ਨੇ ਭਲਾ ਕਰ ਦਿੱਤਾ ਉਸ ਦੀ ਨਿੰਦਿਆ ਕੀਤੀ, ਗੁਰਬਾਣੀ ਕਹਿੰਦੀ ਹੈ ਆਪ ਨਾ ਦੇਹੇ ਚੁਰੂ ਭਰ ਪਾਣੀ ਤਿਹ ਨਿੰਦੇ ਜੇ ਗੰਗਾ ਆਣੀ। ਕਹਿੰਦੇ ਆਪ ਤਾਂ ਕਦੀ ਕਿਸੇ ਨੂੰ ਚੁੱਲੂ ਭਰ ਪਾਣੀ ਵੀ ਨਹੀਂ ਪਿਆਇਆ ਹੋਣਾ, ਤੇ ਨਿੰਦਿਆ ਉਹਨਾਂ ਲੋਕਾਂ ਦੀ ਕਰਦਾ ਹੈ ਜਿਨ੍ਹਾਂ ਨੇ ਦਾਨ ਦੀਆਂ ਨਦੀਆਂ ਵਗਾ ਦਿੱਤੀਆਂ, ਜਿਨ੍ਹਾਂ ਨੇ ਦਾਨ ਦੇਣ ਲੱਗਿਆਂ ਕਦੀ ਵੀ ਉੱਚਾ ਨੀਵਾਂ ਨਹੀਂ ਵੇਖਿਆ, ਬੁਰਾ ਭਲਾ ਨਹੀਂ ਵੇਖਿਆ, ਸਗੋਂ ਸਭ ਨੂੰ ਦਾਨ ਦਿੱਤਾ, ਪਰਉਪਕਾਰ ਕੀਤਾ। ਤੇ ਨਿੰਦੇ ਜੇ ਗੰਗਾ ਆਣੀ। ਪਰ ਮਹਾਰਾਜ ਕਹਿੰਦੇ ਨੇ ਇਸ ਨੇ ਉਸ ਇਨਸਾਨਾਂ ਦੀ ਨਿੰਦਿਆ ਕਰਨੀ ਆਰੰਭ ਕਰ ਦਿੱਤੀ ਜਿਨ੍ਹਾਂ ਨੇ ਵਾਧੂ ਦਾਨ ਕੀਤਾ, ਵਾਧੂ ਪਰਉਪਕਾਰ ਕੀਤਾ। ਇਹਨੇ ਪਰਉਪਕਾਰ ਤਾਂ ਕੀ ਕਰਨਾ ਸੀ, ਸਗੋਂ ਉਹਨਾਂ ਲੋਕਾਂ ਦੀ ਨਿੰਦਿਆ ਕਰਨ ਲੱਗ ਪਿਆ, ਉਹਨਾਂ ਭਲੇ ਪੁਰਸ਼ਾਂ ਦੀ ਨਿੰਦਿਆ ਕਰਨ ਲੱਗ ਪਿਆ। ਤੇ ਸਤਿਗੁਰੂ ਜੀ ਕਹਿੰਦੇ ਨੇ ਮਿਥਿਆ ਬਾਸ ਲੇਤ ਬੇਕਾਰਾ। ਇਹ ਨਾਸਕਾ ਜਿਹੜੀ ਹੈ ਇਹ ਵੀ ਵਿਅਰਥ ਹੋ ਗਈ, ਜਿਨ੍ਹਾਂ ਨੇ ਕੇਵਲ ਵਾਸ਼ਨਾ ਲੈ ਲੈ ਕੇ ਵਿਕਾਰਾਂ ਦੇ ਵਿੱਚ ਆਪਣੇ ਆਪ ਨੂੰ ਖਚਿਤ ਕਰ ਲਿਆ। ਸਤਿਗੁਰੂ ਜੀ ਕਹਿੰਦੇ ਨੇ ਬਿਨ ਬੂਝੇ ਮਿਥਿਆ ਸਭ ਹੈ। ਜਿੰਨਾ ਚਿਰ ਵਾਹਿਗੁਰੂ ਦੇ ਨਾਮ ਨੂੰ ਜਾਣਿਆ ਨਹੀਂ ਨਾ, ਉਹਨਾਂ ਚਿਰ ਇਹ ਮਿਥਿਆ ਹੋ ਗਏ, ਇਹ ਸਾਰਾ ਸਰੀਰ ਮਿਥਿਆ ਹੋ ਗਿਆ। ਬਿਨ ਬੂਝੇ ਮਿਥਿਆ ਸਭ ਪਏ, ਕਿ ਸਤਿਗੁਰੂ ਨੂੰ ਜਾਣਨ ਤੋਂ ਬਿਨਾਂ ਇਹ ਸਾਰਾ ਕੁਝ ਮਿਥਿਆ ਵਿਅਰਥ ਹੋ ਗਿਆ, ਨਾਸ਼ਵੰਤ ਹੋ ਗਿਆ। ਇਸ ਦਾ ਮਤਲਬ ਇਹ ਸਰੀਰ ਮਿਲਿਆ ਹੀ ਪ੍ਰਮਾਤਮਾ ਜੀ ਦੀ ਇਬਾਦਤ ਕਰਨ ਵਾਸਤੇ ਹੈ, ਅਕਾਲ ਪੁਰਖ ਪ੍ਰਮਾਤਮਾ ਦੇ ਨਾਲ ਧਿਆਨ ਜੋੜਨ ਵਾਸਤੇ। ਸਤਿਗੁਰੂ ਜੀ ਕਹਿੰਦੇ ਨੇ ਸਫਲ ਦੇ ਨਾਨਕ ਹਰ ਹਰ ਨਾਮ ਲੈ। ਇਹ ਦੇਹ ਹੀ ਸਫਲ ਹੋ ਜਾਏਗੀ, ਇਹ ਸਰੀਰ ਵੀ ਸਫਲ ਹੋ ਜਾਏਗਾ ਜਦੋਂ ਅਕਾਲ ਪੁਰਖ ਪਰਮਾਤਮਾ ਜੀ ਦਾ ਨਾਮ ਲਵਾਂਗੇ, ਅਕਾਲ ਪੁਰਖ ਪਰਮਾਤਮਾ ਜੀ ਦਾ ਨਾਮ ਲਵਾਂਗੇ। ਸਤਿਗੁਰੂ ਜੀ ਕਹਿੰਦੇ ਨੇ ਇਹਦੀ ਆਦਤ ਪਤਾ ਕੀ ਹੈ, ਇਹਦੀ ਆਦਤ ਇਹ ਹੈ ਕਿ ਇਹ ਬੰਦਾ ਸਾਰਿਆਂ ਰਸਾਂ ਕਸਾਂ ਨੂੰ ਇੱਕੇ ਵਾਰੀ ਚਖਣਾ ਚਾਹੁੰਦਾ ਹੈ। ਕਿ ਜਿਵੇਂ ਕੁੰਚਰ ਦੇ ਵਿੱਚ, ਮ੍ਰਿਗ ਦੇ ਵਿੱਚ, ਪਤੰਗ ਦੇ ਵਿੱਚ, ਭਰਿੰਗ ਦੇ ਵਿੱਚ ਇੱਕ ਇੱਕ ਦੋਸ਼ ਹੈ, ਇੱਕ ਇੱਕ ਦੋਸ਼ ਉਹਨਾਂ ਸਾਰਿਆਂ ਦੇ ਵਿੱਚ ਹੈ। ਕੁੰਚਰ ਦੇ ਵਿੱਚ ਕਾਮ ਵਾਸ਼ਨਾ ਹੈ, ਸਰੀਰਕ ਸਪਰਸ਼ਤਾ ਹੈ। ਮ੍ਰਿਗ ਜਿਹੜਾ ਹੈ ਉਹਨੂੰ ਕੰਨਾਂ ਦਾ ਰਸ ਸੁਣਨ ਦਾ ਬੜਾ ਚਸਕਾ ਹੈ। ਭਰਿੰਗ ਜਿਹੜਾ ਹੈ ਉਹਨੂੰ ਸੁਗੰਧੀਆਂ ਦਾ ਬੜਾ ਚਸਕਾ ਹੈ। ਤੇ ਕਹਿੰਦੇ ਨੇ ਜਿਹੜਾ ਲਾਟ ਦੇ ਉੱਪਰ ਜਿਹੜਾ ਭੌਰਾ ਹੈ, ਜਿਵੇਂ ਉਹ ਬੜਾ ਲਾਟ ਦੇ ਉੱਪਰ ਬੜਾ ਆਪਣੇ ਆਪ ਨੂੰ, ਭਾਵ ਕਿ ਉਹਦੀਆਂ ਅੱਖਾਂ ਜਿਹੜੀਆਂ ਨੇ ਲਾਟ ਦੇ ਉੱਪਰ ਬਹੁਤ ਮੋਹਤ ਹੁੰਦੀਆਂ ਨੇ। ਪਤੰਗਾ ਜਿਹੜਾ ਉਹ ਅਗਨੀ ਦੇ ਉੱਪਰ ਬਹੁਤ ਮੋਹਤ ਹੁੰਦਾ ਹੈ। ਪਰ ਕਹਿੰਦੇ ਨੇ ਇਹਨਾਂ ਨੂੰ ਸਾਰਿਆਂ ਨੂੰ ਪੰਜਾਂ ਨੂੰ ਪੰਜ ਦੋਖ ਲੱਗੇ ਹੋਏ ਨੇ। ਤੋ ਇਹ ਪੰਜੇ ਵਿਕਾਰ ਇਸ ਬੰਦੇ ਦੇ ਵਿੱਚ ਇਕੱਠੇ ਹੋ ਜਾਣ, ਪੰਜ ਦੋਖ ਅਸਾਧ ਜਾਮੇ ਤਾਕੀ ਕੇਤਕ ਆਸ। ਕਹਿੰਦੇ ਇਸ ਬੰਦੇ ਦੇ ਵਿੱਚ ਪੰਜ ਦੋਖ ਹਨ, ਉਹਨਾਂ ਨੂੰ ਤਾਂ ਇੱਕ ਇੱਕ ਦੋਸ਼ ਲੱਗਾ, ਪਰ ਇਹਦੇ ਅੰਦਰ ਇਹ ਪੰਜੇ ਦੇ ਪੰਜੇ ਨੇ। ਤੇ ਤਾਕੀ ਕੇਤਕ ਆਸ, ਇਸ ਬੰਦੇ ਦੀ ਕੀ ਆਸ ਰੱਖੀ ਜਾ ਸਕਦੀ ਹੈ। ਹਿਰਨ ਨੂੰ ਜਦੋਂ ਪਕੜਿਆ ਜਾਂਦਾ ਹੈ ਤੇ ਕਹਿੰਦੇ ਨੇ ਇੱਕ ਸਾਜ਼ ਲਿਆ ਜਾਂਦਾ ਹੈ, ਉਸ ਭਾਂਡੇ ਦੇ ਉੱਪਰ ਚਮੜੇ ਦਾ ਕੁਝ ਸਾਜ਼ ਬੰਨਿਆ ਜਾਂਦਾ ਹੈ, ਚਮੜੇ ਨੂੰ ਢੋਲਕ ਜਿਵੇਂ, ਉਹਦੇ ਵਿੱਚ ਕਹਿੰਦੇ ਨੇ ਮੋਰ ਦਾ ਪੰਖ ਜਿਹੜਾ ਕਦੀ ਕੱਢਿਆ ਜਾਂਦਾ, ਕਦੀ ਪਾਇਆ ਜਾਂਦਾ, ਤੇ ਉਹਦੇ ਵਿੱਚੋਂ ਜਿਹੜੀ ਆਵਾਜ਼ ਨਿਕਲਦੀ ਹੈ ਨਾ, ਉਸ ਆਵਾਜ਼ ਦੇ ਵਿੱਚੋਂ ਕਹਿੰਦੇ ਨੇ ਇਹ ਹਿਰਨ ਮੋਹਿਆ ਜਾਂਦਾ ਹੈ। ਤੇ ਕਹਿੰਦੇ ਨੇ ਉਹ ਜਿਹੜਾ ਸ਼ਿਕਾਰੀ ਨੂੰ ਫੜ ਲੈਂਦਾ ਹੈ। ਭਰਿੰਗ ਜਿਹੜਾ ਹੈ ਉਸ ਪੱਤੇ ਦੇ ਵਿੱਚ, ਫੁੱਲ ਦੇ ਵਿੱਚ ਇੰਨਾ ਜ਼ਿਆਦਾ ਸਮਾ ਜਾਂਦਾ ਹੈ ਕਿ ਉਹ ਜਦੋਂ ਫੁੱਲ ਆਪਣੇ ਆਪ ਨੂੰ ਬੰਦ ਕਰਦਾ ਹੈ ਤੇ ਕਹਿੰਦੇ ਨੇ ਉਸ ਫੁੱਲ ਦੇ ਵਿੱਚ ਇਸ ਨੂੰ ਆਪਣੇ ਵਿੱਚ ਹੀ ਸਮਾ ਲੈਂਦਾ ਹੈ। ਸੋ ਕਹਿੰਦੇ ਇਸੇ ਤਰੀਕੇ ਦੇ ਨਾਲ ਇਸ ਬੰਦੇ ਦੀ ਇਹ ਜੀਭਾ ਜਿਹੜੀ ਹੈ, ਰਸਨਾ ਜਿਹੜੀ ਹੈ, ਲਾਲਚ ਦੇ ਵਿੱਚ ਇੰਨੀ ਜ਼ਿਆਦਾ ਪੈ ਗਈ ਕਿ ਇਹਨੂੰ ਪਤਾ ਹੀ ਨਹੀਂ ਲੱਗਿਆ ਕਿ ਮਾਇਆ ਮਮਤਾ ਮੋਹਣੀ ਜਿਨ ਬਿੰਡ ਦੰਤਾ ਜਗ ਖਾਇਆ। ਮਾਇਆ ਨੇ ਮੈਨੂੰ ਖਾ ਜਾਣਾ ਹੈ, ਮਾਇਆ ਦੇ ਵਿੱਚ ਮੈਂ ਪੈ ਚੁੱਕਾ ਹੈ। ਇਹਨਾਂ ਅੱਖਾਂ ਦੇ ਨਾਲ ਉਸ ਲਾਟ ਦੇ ਉੱਪਰ, ਸਰੀਰਕ ਮੋਹ ਦੇ ਵਿੱਚ ਸਰੀਰ ਦੇ ਉੱਪਰ ਕਿੰਨਾ ਪ੍ਰਭਾਵ ਪਾਇਆ, ਇਸ ਨੂੰ ਸਰੀਰ ਨੇ ਕਿੰਨਾ ਖਿੱਚਿਆ ਕਿ ਇਹਨਾਂ ਨੇਤਰਾਂ ਦੇ ਨਾਲ ਆਪਣੇ ਆਪ ਨੂੰ ਸਾੜ ਲਿਆ ਵਿਕਾਰ ਦੇ ਵਿੱਚ।
ਤੇ ਫਿਰ ਕਹਿੰਦੇ ਜਿਹੜਾ ਹਾਥੀ ਹੈ, ਹਾਥੀ ਕਾਮ ਵਾਸ਼ਨਾ ਦੇ ਵਿੱਚ, ਇਹ ਗੁਰਬਾਣੀ ਦਾ ਫਰਮਾਨ ਹੈ, ਗੁਰਬਾਣੀ ਦਾ ਸ਼ਬਦ ਹੈ, ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ। ਤੇ ਕਹਿੰਦੇ ਨੇ ਕਾਲ, ਜਦੋਂ ਹਾਥੀ ਨੂੰ ਫੜਿਆ ਜਾਂਦਾ ਹੈ ਉਦੋਂ ਕਾਲ ਬੂਤ ਕੀ ਇੱਕ ਕਾਗਜ਼ ਦੀ ਹਾਥੀ ਜਿਹੜਾ ਬਣਾ ਦਿੱਤਾ ਜਾਂਦਾ ਹੈ ਤੇ ਇੱਕ ਟੋਏ ਦੇ ਉੱਪਰ ਉਹਨੂੰ ਖੜਾ ਦਿੱਤਾ ਜਾਂਦਾ ਹੈ। ਤੇ ਕਹਿੰਦੇ ਨੇ ਇਹ ਜਦੋਂ ਹਾਥੀ ਆਉਂਦਾ ਉਸ ਖੱਡੇ ਦੇ ਵਿੱਚ ਡਿੱਗ ਜਾਂਦਾ ਹੈ, ਪਕੜਿਆ ਜਾਂਦਾ ਹੈ। ਇਵੇਂ ਬੰਦੇ ਦੇ ਅੰਦਰ ਵੀ ਕਾਮ ਵਾਸ਼ਨਾ ਹੈ। ਸੋ ਪਰ ਕਹਿੰਦੇ ਨੇ ਉਸ ਵਾਸ਼ਨਾ ਦੇ ਵਿੱਚ ਪੈ ਕੇ ਆਪਣੇ ਆਪ ਨੂੰ ਇੰਨਾ ਜ਼ਿਆਦਾ ਵਿਕਾਰੀ ਕਰ ਲੈਂਦਾ ਹੈ ਕਿ ਇਹਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਕਾਮ ਵਾਸ਼ਨਾ ਮੇਰੇ ਸਰੀਰ ਨੂੰ ਅਕਾਲ ਪੁਰਖ ਪਰਮਾਤਮਾ ਦੇ ਮੇਰੇ ਮਨ ਨੂੰ ਦੂਰ ਲੈ ਜਾਵੇਗੀ। ਇਹਨੇ ਕਦੀ ਸੋਚਿਆ ਹੀ ਨਹੀਂ। ਪਰ ਕਹਿੰਦੇ ਨੇ ਇਹ ਜਦੋਂ ਇਹ ਮਨੁੱਖ ਇਹਦੇ ਸਾਹਮਣੇ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਜਦੋਂ ਗੁਰੂ ਕੋਲ ਆਉਂਦਾ ਹੈ ਲੱਗਦਾ ਤਾਂ ਐਂ ਹੈ ਵੀ ਅੱਜ ਤੋਂ ਬਾਅਦ ਮੈਂ ਬੁਰੇ ਕਰਮ ਕਰਨੇ ਛੱਡ ਦੇਵਾਂਗਾ। ਪਰ ਕਹਿੰਦੇ ਫੇਰ ਜਦੋਂ ਇਹਦੇ ਸਾਹਮਣੇ ਧਨ ਆਉਂਦਾ ਹੈ, ਤਨ ਆਉਂਦਾ ਹੈ, ਤੇ ਕਹਿੰਦੇ ਨੇ ਜਾਂ ਕੋਈ ਕਿਸੇ ਦੀ ਨਿੰਦਿਆ ਹੁੰਦੀ ਹੈ, ਫਿਰ ਇਹਨਾਂ ਸਾਰੀਆਂ ਗੱਲਾਂ ਨੂੰ ਭੁੱਲ ਕੇ ਨਿੰਦਿਆ ਕਰਨ ਸੁਣ ਲੱਗ ਜਾਂਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਜੇ ਇਸ ਮਨੁੱਖਾ ਜੀਵਨ ਨੂੰ ਸਫਲ ਕਰਨਾ ਹੈ, ਅਕਾਲ ਪੁਰਖ ਪ੍ਰਮਾਤਮਾ ਜੀ ਦਾ ਨਾਮ ਲੈ, ਤਾਂ ਕਿ ਤੇਰੀ ਜਿਹੜੀ ਦੇਹੀ ਹੈ ਉਹ ਪ੍ਰਮਾਤਮਾ ਦੇ ਨਾਮ ਨੂੰ ਜਪ ਸਕੇ। ਕਿਉਂਕਿ ਗੁਰਬਾਣੀ ਕਹਿੰਦੀ ਬੇੜਾ ਬੰਦ ਨਾ ਸਕਿਓ ਬੰਧਨ ਕੀ ਬੇਲਾ, ਪਰ ਸਰਵਰ ਜਬ ਉਛਲੇ ਤਬ ਤਰਨ ਦੁਹੇਲਾ। ਕਹਿੰਦੇ ਜਦੋਂ ਤਾਂ ਵੇਲਾ ਸੀਗਾ ਬੇੜਾ ਬੰਧਣ ਦਾ, ਉਦੋਂ ਤਾਂ ਬੇੜੀ ਨੂੰ ਬਣਾ ਨਾ ਸਕਿਆ, ਉਸ ਬੇੜੀ ਨੂੰ ਤਿਆਰ ਨਾ ਕੀਤਾ। ਪਰ ਕਹਿੰਦੇ ਜਦੋਂ ਇਹ ਵਿਕਾਰਾਂ ਦੇ ਨਾਲ ਸਰੀਰ ਜਦੋਂ ਭਰ ਗਿਆ ਤੇ ਕਹਿੰਦੇ ਨੇ ਫਿਰ ਤਰਨ ਦੁਹੇਲਾ, ਫਿਰ ਇਸ ਸਰੀਰ ਨੂੰ ਵਿਕਾਰਾਂ ਵੱਲੋਂ ਮੋੜਨਾ ਬਹੁਤ ਔਖਾ ਹੋ ਜਾਏਗਾ। ਇਸ ਕਰਕੇ ਪਹਿਲਾਂ ਹੀ ਪਰ ਉਪਕਾਰ ਕਰ, ਪਹਿਲਾਂ ਹੀ ਇਹਨਾਂ ਨੇਤਰਾਂ ਦੇ ਨਾਲ ਬਾਣੀ ਪੜ੍ਹ, ਪਹਿਲਾਂ ਰਸਨਾ ਦੇ ਨਾਲ ਅਕਾਲ ਪੁਰਖ ਪਰਮਾਤਮਾ ਜੀ ਦਾ ਨਾਮ ਜਪ। ਜਿਵੇਂ ਗੁਰਬਾਣੀ ਕਹਿੰਦੀ ਰਸਨਾ ਗੁਣ ਗੋਪਾਲ ਨਿਧ ਗਾਇਣ, ਸ਼ਾਂਤ ਸਹਿਜ ਰਾਸ ਮਨ ਉਪਜਿਓ, ਸਗਲੇ ਦੁਖ ਪਲਾਇਨ। ਦੁੱਖ ਦੂਰ ਹੋ ਜਾਣਗੇ ਰਸਨਾ ਦੇ ਨਾਲ, ਗੁਣ ਗਾਉਣ ਦੇ ਨਾਲ, ਰਸਨਾ ਦੇ ਨਾਲ ਵਾਹਿਗੁਰੂ ਦਾ ਧਿਆਨ ਕਰ। ਕਹਿੰਦੇ ਸਾਰੇ ਦੁੱਖ ਤੇਰੇ ਖਤਮ ਹੋ ਜਾਣਗੇ। ਰਸਨਾ ਗੁਣ ਗੋਪਾਲ ਨਿਧ ਗਾਇਨ, ਸ਼ਾਂਤ ਸਹਿਜ ਰਾਸ ਮਨ ਉਪਜਿਓ, ਸਗਲੇ ਦੁਖ ਪਲਾਇਨ। ਸਾਚੇ ਨਾਮ ਕੀ ਲਾਗੇ ਭੂਖ, ਉਤ ਭੂਖੈ ਖਾਏ ਚੱਲੀਏ ਦੁੱਖ। ਹੋਰ ਬੰਦੇ ਨੂੰ ਕੀ ਚਾਹੀਦਾ ਹੈ? ਜੇ ਬਾਣੀ ਪੜ੍ਹ ਕੇ ਦੁੱਖ ਖਤਮ ਹੋ ਜਾਣ, ਹੋਰ ਬੰਦੇ ਨੂੰ ਕੀ ਮੰਗਣਾ ਚਾਹੀਦਾ ਹੈ? ਜੇ ਰਸਨਾ ਦੇ ਨਾਲ ਬਾਣੀ ਪੜ੍ਹਿਆ ਦੁੱਖ ਦੂਰ ਹੋ ਜਾਣ, ਬੰਦਾ ਹੋਰ ਕੀ ਮੰਗਣਾ ਚਾਹੁੰਦਾ ਹੈ ਵਾਹਿਗੁਰੂ ਤੋਂ? ਇਹੀ ਗੱਲ ਹੈ ਨਾ ਵੀ ਦੁੱਖਾਂ ਦੇ ਵਿੱਚ ਫਸਿਆ ਹੋਇਆ ਹੈ। ਕਿਉਂ ਫਸਿਆ ਹੋਇਆ? ਕਿਉਂਕਿ ਇਹ ਨਿੰਦਿਆ ਕਰਦਾ ਹੈ, ਨਿੰਦਿਆ ਸੁਣਦਾ ਹੈ, ਪਰਾਇਆ ਤਨ ਵੇਖਦਾ ਹੈ, ਰਸਨਾ ਦੇ ਨਾਲ ਤਰ੍ਹਾਂ ਤਰ੍ਹਾਂ ਦੇ ਸਵਾਦ ਚੱਖਦਾ ਹੈ, ਪਰਾਏ ਪੈਰਾਂ ਦੇ ਨਾਲ ਪਰਾਏ ਦਾ ਬੁਰਾ ਕਰਦਾ ਹੈ, ਕਦੀ ਭਲਾ ਹੀ ਨਹੀਂ ਕੀਤਾ। ਸੋ ਕਹਿੰਦੇ ਇਸ ਫਿਰ ਮਨੁੱਖ ਨੂੰ ਜਦੋਂ ਦੁੱਖ ਲੱਗਦਾ ਹੈ ਤੇ ਫਿਰ ਇਹ ਰੋਂਦਾ ਹੈ, ਫਿਰ ਦੁਖੀ ਹੁੰਦਾ ਹੈ, ਫਿਰ ਰੋਂਦਾ ਹੈ। ਪਰ ਸਤਿਗੁਰੂ ਜੀ ਕਹਿੰਦੇ ਨੇ ਜਿਹਨੂੰ ਬੰਦੇ ਨੂੰ ਸੱਚੇ ਨਾਮ ਦੀ ਭੁੱਖ ਲੱਗਣ ਲੱਗ ਪਏ ਨਾ, ਉਹਦੇ ਦੁੱਖ ਦੂਰ ਹੋ ਜਾਂਦੇ ਨੇ। ਔਰ ਜਿਹਨੂੰ ਭੁੱਖ ਲੱਗਣ ਤੋਂ ਬਾਅਦ ਜਿਹਨੇ ਨਾਮ ਨੂੰ ਪਚਾ ਲਿਆ, ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ, ਉਹਦਾ ਤਾਂ ਸੰਸਾਰ ਦੇ ਵਿੱਚ ਉਧਾਰ ਹੋ ਜਾਂਦਾ ਹੈ। ਜਿਹਨੇ ਖਾ ਲਿਆ ਫਿਰ ਪਚਾ ਲਿਆ, ਕਿਉਂਕਿ ਖਾਣ ਤੋਂ ਬਾਅਦ ਪਚਣਾ ਵੀ ਬਹੁਤ ਜ਼ਰੂਰੀ ਹੈ। ਜੇ ਬੰਦੇ ਨੂੰ ਪਚ ਨਹੀਂ ਰਿਹਾ ਕਿ ਉਹਦਾ ਸਰੀਰ ਜਿਹੜਾ ਉਹ ਰੋਗੀ ਹੋ ਜਾਵੇਗਾ। ਇਵੇਂ ਬਾਣੀ ਨੂੰ ਪੜ੍ਹ ਕੇ ਜੇ ਅਸੀਂ ਬਾਣੀ ਪੜ੍ਹਦੇ ਹਾਂ ਨਾਲ ਨਿਮਰਤਾ, ਨਾਲ ਸਹਿਜ ਤੇ ਨਾਲ ਹੀ ਇਹਨਾਂ ਵਿਕਾਰਾਂ ਤੋਂ ਦੂਰੀ ਬਣਾ ਕੇ ਰੱਖੇ, ਤਦੋਂ ਜਾ ਕੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਟਿਕ ਜਾਂਦਾ ਹੈ। ਕਿਉਂਕਿ ਬਾਣੀ ਅਸੀਂ ਸਾਰੇ ਪੜ੍ਹਦੇ ਹਾਂ ਕਿਵੇਂ ਨਾ ਕਿਵੇਂ ਕਰਕੇ, ਪਰ ਜਿਹੜੇ ਬਾਣੀ ਪੜ੍ਹਨ ਵਾਲੇ ਨੇ ਹਉਮੈ ਵੀ ਛੇਤੀ ਆ ਜਾਂਦੀ ਗੁਣਾਂ ਦੇ ਨਾਲ। ਕਿਉਂਕਿ ਹਉਮੈ ਹੈ ਹੀ ਅਜਿਹੀ, ਚੰਗਾ ਕੱਪੜਾ ਪਾ ਲਈਏ ਤਾਂ ਆ ਜਾਂਦੀ ਹੈ, ਚੰਗਾ ਭੋਜਨ ਖਾ ਲਈਏ ਤਾਂ ਆ ਜਾਂਦੀ ਹੈ, ਚੰਗਾ ਘਰ ਬਣਾ ਲਈਏ ਤਾਂ ਆ ਜਾਂਦੀ ਹੈ। ਇੱਥੋਂ ਤੱਕ ਕਿ ਪੈਰਾਂ ਦੇ ਵਿੱਚ ਜਿਹੜੀ ਜੁੱਤੀ ਪਾਈ ਹੋਵੇ ਨਾ, ਉਸ ਜੁੱਤੀ ਨੂੰ ਵੇਖ ਵੇਖ ਕੇ ਬੰਦੇ ਦੇ ਅੰਦਰ ਹਉਮੈ ਆ ਜਾਂਦੀ ਕਿ ਮੈਂ ਬੜੇ ਮਹਿੰਗੇ ਜੁੱਤੀ ਪਾਈ ਹੋਈ ਹੈ, ਬੜੇ ਮਹਿੰਗੇ ਬੂਟ ਸ਼ੂਜ਼ ਪਹਿਨੇ ਹੋਏ ਨੇ। ਗੱਲ ਕੋਈ ਵੀ ਨਹੀਂ ਹੈ ਤਾਂ ਬੂਟ ਹੀ ਨਾ। ਪਰ ਕਹਿੰਦੇ ਨੇ ਉਹਨਾਂ ਨੂੰ ਪਾ ਕੇ ਵੀ ਬੰਦੇ ਦੇ ਅੰਦਰ ਹਉਮੈ ਆ ਜਾਂਦੀ ਹੈ। ਇਸੇ ਕਰਕੇ ਜੇ ਬੰਦਾ ਬਾਣੀ ਪੜ੍ਹ ਕੇ ਹਉਮੈ ਕਰ ਲੱਗ ਜਾਂਦਾ ਹੈ ਤੇ ਫਿਰ ਉਹਦਾ ਕੋਈ ਟਿਕਾਣਾ ਨਹੀਂ ਹੈ। ਕਿਉਂਕਿ ਇੱਥੇ ਆਣ ਕੇ ਮੁਕਤੀ ਹੈ। ਜੇ ਇੱਥੇ ਆ ਕੇ ਬੰਦਾ ਸੇਵਾ ਕਰਦਾ ਕਰਦਾ ਹਉਮੈ ਦੇ ਵਿੱਚ ਫਸ ਜਾਵੇ, ਇੱਥੇ ਆ ਕੇ ਬੰਦਾ ਬਾਣੀ ਪੜ੍ਹਦਾ ਹਉਮੈ ਦੇ ਵਿੱਚ ਫਸ ਜਾਵੇ, ਤੇ ਕਹਿੰਦੇ ਹੋਰ ਕੋਈ ਟਿਕਾਣਾ ਹੀ ਨਹੀਂ ਹੈ।
ਇਸ ਕਰਕੇ ਗੁਰੂ ਦੀ ਬਾਣੀ ਪੜ੍ਹੀਏ, ਵਿਚਾਰੀਏ, ਸਰਵਣ ਕਰੀਏ, ਰਸਨਾ ਦੇ ਨਾਲ ਪੜ੍ਹੀਏ, ਨੇਤਰਾਂ ਦੇ ਨਾਲ ਬਾਣੀ ਪੜ੍ਹ ਕੇ, ਹੱਥਾਂ ਦੇ ਨਾਲ ਸੇਵਾ ਕਰਕੇ ਅਸੀਂ ਗੁਰੂ ਤੋਂ ਲਾਹਾ ਲੈ ਸਕੀਏ, ਆਪਣਾ ਦੇਹੀ ਨੂੰ ਪਵਿੱਤਰ ਕਰ ਸਕੀਏ। ਸਤਿਗੁਰੂ ਸਭ ਜੀਵਾਂ ਦੇ ਉੱਪਰ ਕਿਰਪਾ ਕਰਨ, ਸਭਨਾਂ ਨੂੰ ਦੇਹ ਰੋਗਤਾ ਦੀਆਂ ਦਾਤਾਂ, ਚੜ੍ਹਦੀ ਕਲਾ ਦਾ ਜੀਵਨ ਬਖਸ਼ਿਸ਼ ਕਰਨ ਜੀ। ਪਿਆਰ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।